ਰਿਹਾ ਹੈ। ਜਿਸ ਤਰ੍ਹਾਂ ਆਪ ਸਰਬੱਤ ਸਿੰਘ ਜਾਣਦੇ ਹੋ ਕਿ ਉਸਤਾਦ ਭਾਈ ਸੁੱਚਾ ਸਿੰਘ ਜੀ, ਤਨਾਂ ਦੀ ਸਾਧ ਸੰਗਤ ਜੀ, ਅੰਤਮ ਅਰਦਾਸ ਨਿਮਿਤ ਜੋ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਸ੍ਰੀ ਜੈ ਸ੍ਰੀ ਦੀ ਵਾਰ ਦੀ ਕਥਾ ਔਰ ਸੰਧਿਆ ਵੇਲੇ ਪਾਵਨ ਸਹਿਸਕ੍ਰਿਤੀ ਦੇ ਸ਼ਲੋਕਾਂ ਦੀ ਕਥਾ ਵਿਚਾਰ ਪ੍ਰਾਰੰਭ ਹੋਈ ਹੈ ਕੱਲ ਰੋਜ਼ ਤੋਂ। ਉਹ ਸਾਧ ਸੰਗਤ ਜੀ, ਕੱਲ ਆਪ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ 4 ਸ਼ਲੋਕ ਜਾਂ ਚਤੁਰ ਸ਼ਲੋਕੀ ਗੀਤਾ ਦੀ ਕਥਾ ਵਿਚਾਰ ਆਪ ਜੀ ਨੇ ਸਰਵਣ ਕੀਤੀ ਸੀ। ਅੱਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਬਖਸ਼ਿਸ਼ ਰਹਿਮਤ ਕਰ ਰਹੇ ਹਨ। ਜਿਵੇਂ ਸਾਧ ਸੰਗਤ ਜੀ, ਕਾਂਸ਼ੀ ਦੇ ਵਿਖੇ ਮਹਾਨ ਪੰਡਤ ਗੋਪਾਲ ਦੱਤ ਦੇ 2 ਪੁੱਤਰੇ ਹਰੀ ਲਾਲ ਤੇ ਕ੍ਰਿਸ਼ਨ ਲਾਲ, ਇਹਨਾਂ ਨੇ ਬੜੇ ਵੇਦਾਂ ਵਦਾਂਤਰਾਂ ਨੂੰ ਪੜ੍ਹਨਾ ਕੀਤਾ, ਬੜੇ ਸ਼ਾਸਤਰਾਂ ਸਿਮਰਤੀਆਂ ਨੂੰ ਕੰਠ ਕੀਤਾ, ਪਰ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੇ ਹਿਰਦੇ ਵਿੱਚ ਉਹ ਸ਼ਾਂਤੀ ਨਾ ਆਈ। ਫਿਰ ਇਹਨਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਸੁਣੀ ਸੀ। ਮਹਿਮਾ ਇਹੋ ਸੁਣੀ ਸੀ, ਇਹਨਾਂ ਨੇ ਜਾਣਿਆ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਕਾਂਸ਼ੀ ਵਿਖੇ ਆਏ ਸਨ, ਪਾਵਨ ਗੁਰੂ ਸਾਹਿਬਾਂ ਨੇ ਆ ਕਰਕੇ ਸਾਡੇ ਦਾਦਾ ਜੀ ਦੇ ਦਾਦਾ ਵਿਸ਼ਨ ਦਾਤ ਦਾ ਕੁੱਤੇ ਦੀ ਜੂਨ ਤੋਂ ਉਧਾਰ ਕੀਤਾ। ਇਸੇ ਤਰ੍ਹਾਂ ਸਾਡੇ ਗੋਪਾਲ ਦੱਤ ਸਾਡੇ ਦਾਦਾ ਜੀ ਨੂੰ ਪਾਵਨ ਪਵਿੱਤਰ ਉਪਦੇਸ਼ ਵੀ ਬਖਸ਼ਿਸ਼ ਕੀਤਾ ਸੀ। ਇਹਨਾਂ ਨੇ ਮਨ ਵਿੱਚ ਇਹ ਸੋਚਿਆ ਕਿ ਕਿਉਂ ਨਾ ਆਪਣੇ ਵੱਡਿਆਂ ਦਾਦਾਂ ਦਾ, ਪੁਰਖਿਆਂ ਦਾ ਜੋ ਪੁਸਤਕਾਲਿਆ ਹੈ ਉਸ ਨੂੰ ਫਰੋਲਣਾ ਕਰੀਏ, ਉਸ ਨੂੰ ਲੱਭਣਾ ਕਰੀਏ, ਕੋਈ ਨਾ ਕੋਈ ਚੀਜ਼ ਸਾਨੂੰ ਇਹੋ ਜਿਹੀ ਪ੍ਰਾਪਤ ਹੋ ਜਾਵੇ ਜੋ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਵੇ। ਸੋ ਇਹ ਵਿਚਾਰ ਕਰਕੇ ਇਹਨਾਂ ਦੋਹਾਂ ਭਰਾਵਾਂ ਨੇ, ਹਰੀ ਲਾਲ ਤੇ ਕ੍ਰਿਸ਼ਨ ਲਾਲ, ਦੋਹਾਂ ਪੰਡਤਾਂ ਨੇ ਸਾਧ ਸੰਗਤ ਜੀ ਆਪਣੇ ਦਾਦਾ ਜੀ ਦੇ ਪੁਸਤਕਾਲਿਆਂ ਨੂੰ ਜਦੋਂ ਫੋਲਣਾ ਕੀਤਾ ਹੈ ਨਾ, ਉੱਥੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 4 ਸ਼ਲੋਕ ਲੱਭਣਾ ਕੀਤੇ। ਪੜ੍ਹ ਕਰਕੇ ਸਹਿਸਕ੍ਰਿਤੀ ਦੇ 4 ਸ਼ਲੋਕ ਮਨ ਵਿੱਚ ਬੜੀ ਸ਼ਾਂਤੀ ਆਈ। ਸਾਧ ਸੰਗਤ ਜੀ ਮੰਤਰ ਮੁਗਧ ਹੋ ਗਏ। ਉਸ ਵੇਲੇ ਇਹਨਾਂ ਨੇ ਸੰਗਤਾਂ ਤੋਂ ਪੁੱਛਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮਿਲਾਪ ਕਰਨਾ ਹੈ। ਸੰਗਤਾਂ ਦੇ ਪੁੱਛਣ ਕਰਕੇ ਪਤਾ ਲੱਗਾ ਕਿ ਉਹ ਤਾਂ ਹੁਣ ਸੱਚਖੰਡ ਬਰਾਜ ਗਏ ਹਨ। ਉਹਨਾਂ ਦੀ ਜੋਤ ਦੇ 5ਵੇਂ ਵਾਰ ਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਪਾਵਨ ਪਵਿੱਤਰ ਕੁਰਬਾਨੀ ਲਿਖਵਾ ਰਹੇ ਹਨ। ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਤਾ ਕਰਕੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਦੋਹੇ ਭਰਾ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆਏ। ਆ ਕਰਕੇ ਬੇਨਤੀ ਕੀਤੀ ਕਿ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਸ ਤਰ੍ਹਾਂ ਆਪ ਜੀ ਨੇ ਪਹਿਲੇ ਜਾਮੇ ਦੇ ਵਿੱਚ ਮੇਰੇ ਦਾਦਾ ਜੀ ਦਾਦਾ ਵਿਸ਼ਨ ਦਾਤ ਦਾ ਉਧਾਰ ਕੀਤਾ, ਮੇਰੇ ਦਾਦਾ ਗੋਪਾਲ ਦੱਤ, ਉਹਨਾਂ ਨੂੰ ਆਪ ਜੀ ਨੇ ਪਵਿੱਤਰ ਉਪਦੇਸ਼ ਬਖਸ਼ ਕੀਤਾ, ਇਸੇ ਤਰ੍ਹਾਂ ਸਾਡੇ ਤੇ ਵੀ ਮਹਾਰਾਜ ਜੀ ਅਜਿਹੀ ਕਿਰਪਾ ਕਰੋ। ਸਾਨੂੰ ਇਹੋ ਪ੍ਰਾਕ੍ਰਿਤ ਭਾਸ਼ਾ ਦੇ ਅੰਦਰ ਪਾਵਨ ਪਵਿੱਤਰ ਜਿਹੜਾ ਸੰਸਾਰ ਦੇ ਵਿੱਚ ਮੋਹ ਹੈ, ਇਸ ਨੂੰ ਤੋੜਨ ਦਾ ਕੀ ਸਾਧ ਸੰਗਤ ਜੀ ਯਤਨ ਕਰਨਾ ਚਾਹੀਦਾ ਹੈ। ਕਿਵੇਂ ਇੱਕ ਜੀਵ ਦਾ ਸੰਸਾਰ ਦੇ ਵਿੱਚੋਂ ਪਦਾਰਥਾਂ ਦੇ ਨਾਲੋਂ, ਧੀਆਂ ਪੁੱਤਰਾਂ ਨਾਲੋਂ, ਰਿਸ਼ਤੇਦਾਰਾਂ, ਮਾਤਾ ਪਿਤਾ, ਸਖੇ ਸੰਬੰਧੀਆਂ ਦੇ ਨਾਲੋਂ ਕਿਵੇਂ ਮੋਹ ਟੁੱਟੇ। ਇਹ ਸਾਧ ਸੰਗਤ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਮਣੇ ਐਸੇ ਉਪਦੇਸ਼ ਦੀ ਜਾਚਨਾ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੋਹਾਂ ਭਰਾਵਾਂ ਦੀ ਬੇਨਤੀ ਨੂੰ ਮੰਨ ਕਰਕੇ ਪਾਵਨ ਪਵਿੱਤਰ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਦੇ ਪਾਸੋਂ ਇਹ ਸਹਿਸਕ੍ਰਿਤੀ ਮਹੱਲਾ 5ਵਾਂ ਸਿਰਲੇਖ ਹੇਠ ਇਹ ਪਾਵਨ ਪਵਿੱਤਰ ਗੁਰਬਾਣੀ ਸਾਧ ਸੰਗਤ ਦਰਜ ਕੀਤੀ ਹੈ। ਆਓ ਜਿਵੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਬਖਸ਼ਿਸ਼ ਰਹਿਮਤ ਕਰ ਰਹੇ ਹਨ, ਪਾਵਨ ਪਵਿੱਤਰ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਮਨ ਦੀ ਪਵਿੱਤਰਤਾ, ਚਿੱਤ ਦੀ ਇਕਾਗਰਤਾ ਔਰ ਸਰੀਰ ਦੀ ਸਾਵਧਾਨਤਾ ਵਾਸਤੇ ਗੱਜ ਕੇ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ ਪਾਵਨ ਪਵਿੱਤਰ ਮੁਕਤੀ ਅੰਦਰ ਸਵੈ ਲੋਕ ਦੀ ਸਾਧ ਸੰਗਤ ਦੀ ਪ੍ਰਾਪਤੀ ਕਰਾਉਣ ਵਾਲਾ ਜਿਹੜਾ ਸ਼ਲੋਕ ਹੈ, ਇਸ ਵਿੱਚ ਸਹਿਸ ਪਾਵ 1000 ਕ੍ਰਿਤ 1000 ਮੁਖਾਂ ਵਾਲਾ ਜਿਹੜਾ ਸ਼ੇਸ਼ਨਾਗ ਹੈ, ਉਸ ਦੀ ਕ੍ਰਿਤ ਜੋ ਕਾਵ ਭਾਸ਼ਾ ਹੈ,
ਸਹਿਜ ਕ੍ਰਿਤੀ ਦੁਆਰਾ ਪਾਵਨ ਪਵਿੱਤਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ ਕਰਦੇ ਹਨ। ਸਭ ਤੋਂ ਪਹਿਲਾਂ ਗੁਰਬਾਣੀ ਨੂੰ ਆਰੰਭ ਕਰਨ ਤੋਂ ਜੋ ਪਾਵਨ ਪਵਿੱਤਰ ਮਹਾਮੰਤਰ ਦਾ ਉਚਾਰਨ ਕੀਤਾ ਹੈ ਕਿ ਵਾਹਿਗੁਰੂ ਅਦੁੱਤੀ ਹੈ, ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿ ਸ੍ਰੀ ਅਕਾਲ ਆਬਾਦ ਰੂਪ ਹੈ, ਨਾਮ ਪ੍ਰਸਿੱਧ ਹੈ, ਕਰਤਾ ਸਾਰਾ ਕੁਝ ਧਰਤੀ ਤੇ ਕਰਨ ਵਾਲਾ ਹੈ, ਪੁਰਖ ਸਾਧ ਸਮਝੀ ਪੂਰਨ ਹੈ, ਪੁਰਸ਼ਾਰਥ ਨੂੰ ਦੇਣੇ ਵਾਲਾ ਹੈ, ਪੁਰਸ਼ ਸਰੂਪ ਹੈ, ਨਿਰਭਉ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਕਾਲ ਦੇ ਅਧੀਨ ਨਹੀਂ ਹੈ, ਕਾਲ ਤੋਂ ਹੀ ਪਰਮੇਸ਼ਰ ਰਹਿਤ ਹੈ। ਅਜਿਹੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਆਜ਼ਾਦ ਹਸਤੀ ਮੂਰਤ ਹੈ। ਸਾਧ ਸੰਗਤ ਜੀ, ਜੋ ਅਜਨਮਾ ਹੈ, ਜੂਨਾ ਤੋਂ ਰਹਿਤ ਹੈ, ਸੋ ਤੇ ਸਿੱਧ ਪ੍ਰਕਾਸ਼ਮਾਨ ਹੈ, ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਅਜਿਹੇ ਅਕਾਲ ਪੁਰਖ ਪਰਮੇਸ਼ਰ ਦੇ ਸਾਧ ਸੰਗਤ ਜੀ ਪ੍ਰਾਪਤੀ ਜੋ ਬੇਅੰਤ ਗੁਣਾ ਵਾਲਾ ਹੈ, ਉਸ ਦੀ ਗੁਰਾਂ ਦੇ ਕਰਕੇ, ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤੀ ਹੁੰਦੀ ਹੈ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬਿਨੋਦ ਸੁਤ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਡਿਤ ਹਰੀ ਲਾਲ ਤੇ ਕ੍ਰਿਸ਼ਨ ਲਾਲ ਦੇ ਤਾਈ ਜੋ ਸੰਸਾਰ ਦੇ ਵਿੱਚ ਧੀਆਂ ਪੁੱਤਰ ਮਾਤਾ ਪਿਤਾ ਦਾ ਮੋਹ ਹੈ, ਇਸ ਨੂੰ ਤੋੜਨ ਦੇ ਪ੍ਰਥਾਏ ਪਾਵਨ ਪਵਿੱਤਰ ਉਪਦੇਸ਼ ਬਖਸ਼ੀ ਕਰਦੇ ਹਨ। ਕਤੰਚ ਮਾਤਾ ਭਾਈ, ਜਿਹੜੇ ਸੰਸਾਰ ਦੇ ਵਿੱਚ ਤੂੰ ਸਮਝਦਾ ਹੈ ਕਿ ਜਿਸ ਦੀ ਕੁੱਖੋਂ ਮੈਂ ਜਨਮ ਲਿਆ ਹੈ ਮੇਰੀ ਮਾਂ ਹੈ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਆ, ਭਾਈ ਫਿਰ ਇਹ ਤੇਰੀ ਮਾਤਾ ਕਦੋਂ ਦੀ ਹੈ? ਕਤੰਚ ਪਿਤਾ, ਕਦੋਂ ਦਾ ਭਾਈ ਤੇਰਾ ਇਹ ਪਿਤਾ ਹੈ? ਕਤੰਚ ਬਣਤਾ, ਕਦੋਂ ਦੀ ਤੇਰੀ ਬਣਤਾ ਕੀ ਇਸਤਰੀ ਹੈ? ਬਿਨੋਦ ਕੀ ਇਹ ਕੌਤਕ ਸੁਤ ਹੈ, ਨਾਮ ਪੁੱਤਰ ਦਾ ਹੈ। ਕਦੋਂ ਦਾ ਇਹ ਤੇਰੇ ਪੁੱਤਰ ਹੈ, ਕਦੋਂ ਦੀ ਤੇਰੀ ਇਸਤਰੀ ਹੈ, ਤੇ ਕਦੋਂ ਦੇ ਇਹਨਾਂ ਦੋਹਾਂ ਦੇ ਜਿਹੜੇ ਕੌਤਕ ਹੈ, ਜਿਨ੍ਹਾਂ ਵੱਲ ਵੇਖ ਕਰਕੇ ਬੜਾ ਖੁਸ਼ ਹੋ ਰਹੇ ਹੈ। ਜਾਂ ਦੂਸਰੇ ਅਰਥਾਂ ਵਿੱਚ ਮਹਾਂਪੁਰਖ ਕਿਹਾ ਕਿ ਕੀ ਹੈ ਮਾਤਾ ਦਾ ਮੋਹ, ਕੀ ਹੈ ਪਿਤਾ ਦਾ ਮੋਹ, ਕੀ ਹੈ ਤੇਰੀਆਂ ਜਿਸ ਤਰੀਕੇ ਦੇ ਨਾਲ ਇਸਤਰੀ ਤੇ ਤੇਰੇ ਕੀਤੇ ਹੋਏ ਬਾਲਕ ਦੇ ਜਿਹੜੀਆਂ ਖੇਲਾ ਬਿਨੋਦ ਕੌਤਕ ਕਰਦਾ ਹੈ, ਇਹਨਾਂ ਦਾ ਕੀ ਮੋਹ ਹੈ? ਜਾਂ ਕਦੋਂ ਦੇ ਤੇਰੇ ਇਹ ਮਾਂ ਪਿਓ ਹਨ? ਕਿਉਂਕਿ ਤੂੰ ਸੰਸਾਰ ਦੇ ਵਿੱਚ ਅਨੇਕਾਂ ਹੀ ਜਨਮ ਧਾਰਨ ਕੀਤੇ ਆ, ਪਤਾ ਨਹੀਂ ਕੇਤਿਆਂ ਕੇ ਬਾਪ, ਕੇਤਿਆਂ ਕੇ ਚੇਲੇ, ਕੇਤੇ ਗੁਰ ਚੇਲੇ ਫਨ ਹੋਏ, ਆਗੇ ਪਾਸ਼ੇ ਗਣਤ ਨਹੀਂ ਆਵੇ। ਇਸ ਤਰੀਕੇ ਦੇ ਨਾਲ ਸਾਧ ਸੰਗਤ ਸਾਰ ਗਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਥਨ ਕੀਤਾ ਹੈ ਕਿ ਸੰਸਾਰ ਦੇ ਵਿੱਚ ਤੂੰ ਕਿਤਨਿਆਂ ਦਾ ਹੀ ਬੇਟਾ ਹੋਇਆ, ਕਿਤਨੇ ਤੇਰੇ ਪਿਓ ਬਣੇ, ਕਿਤਨੇ ਤੂੰ ਇਸ ਤਰੀਕੇ ਦੇ ਨਾਲ ਤੂੰ ਮਾਤਾ ਬਣਿਆ, ਇੰਨੇ ਜਨਮ ਤੂੰ ਸੰਸਾਰ ਦੇ ਧਾਰਨ ਕੀਤੇ, ਫਿਰ ਤੂੰ ਇਹ ਪੱਕਾ ਨਹੀਂ ਕਹਿ ਸਕਦਾ ਕਿ ਉਹ ਮੇਰੀ ਮਾਤਾ ਹੈ। ਤਾਂ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਪੰਜਵੇਂ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਭਾਈ ਤੇਰੇ ਕਦੋਂ ਦੀ ਮਾਤਾ ਹੈ, ਕਦੋਂ ਦੇ ਤੇਰੇ ਪਿਤਾ ਹੈ, ਕਦੋਂ ਦੇ ਤੇਰੇ ਇਸਤਰੀ ਤੇ ਤੇਰੇ ਬਾਲਕ ਦੇ ਬਿਨੋਦ ਕੌਤਕ ਹਨ, ਜਿਨ੍ਹਾਂ ਵੱਲ ਵੇਖ ਕਰਕੇ ਤੂੰ ਬੜਾ ਖੁਸ਼ ਹੋ ਰਿਹਾ ਹੈ। ਜਾਂ ਕਿਤਨੇ ਕੁ ਚਿਰ ਤੋਂ ਹਨ, ਜਾਂ ਕੀ ਇਹਨਾਂ ਦਾ ਮੋਹ ਸੰਸਾਰ ਦੇ ਵਿੱਚ? ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ ਅਤੇ। ਇਸੇ ਪ੍ਰਕਾਰ ਇਹਨਾਂ ਅਰਥਾਂ ਦੇ ਨਾਲ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਸਮਝਾਉਂਦੇ ਹਨ ਕਿ ਹੇ ਪੰਡਤੋ, ਕਤੰਚ ਭਰਾਤ, ਭਾਈ ਕਦੋਂ ਦਾ ਤੇਰਾ ਇਹ ਭਰਾਤ ਹੈ, ਭਰਾ ਸਮਝਦਾ ਹੈ, ਮੀਤ ਕਹੀਏ ਮਿੱਤਰ, ਹਿਤ ਹੋਰ ਜਿੰਨੇ ਸੰਸਾਰ ਦੇ ਪ੍ਰੇਮੀ, ਬੰਧਵ ਕਹੀਏ ਰਿਸ਼ਤੇਦਾਰ, ਕਤੰਚ ਮੋਹ ਕੁਟੰਬ ਅਤੇ। ਕੁਟੰਬ ਤੋਂ ਭਾਵ ਇਸਤਰੀ ਦੇ ਸਾਥ ਸੰਗ ਕੁੱਖ ਤੋਂ ਵਧਿਆ ਹੋਇਆ ਜਿਹੜਾ ਪਰਿਵਾਰ ਹੁੰਦਾ ਹੈ, ਉਸ ਨੂੰ ਕੁਟੰਬ ਕਹਿੰਦੇ ਆ। ਕਦੋਂ ਦਾ ਭਾਈ ਇਹ ਤੇਰਾ ਆਪਣੇ ਪਰਿਵਾਰ ਦੇ ਨਾਲ, ਕੁਟੰਬ ਦੇ ਨਾਲ ਮੋਹ ਹੈ, ਜਾਂ ਕਿੰਨਾ ਕੁ ਚਿਰ ਹੈ, ਤੇ ਕੀ ਹੈ ਇਸ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਇਹਨਾਂ ਦੇ ਨਾਲ ਮੋਹ ਲਗਾਉਣਾ? ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ। ਫਿਰ ਸਮਝਾਉਂਦੇ ਹਨ ਭਾਈ ਇਹ ਜਿਹੜਾ ਸੰਸਾਰ ਦੇ ਵਿੱਚ ਮੋਹਣੀ ਮਾਇਆ ਹੈ ਨਾ, ਬੜੇ ਸੋਹਣੇ ਸਰੂਪ ਵਾਲੀ ਹੈ, ਬੜੇ ਸਾਰਿਆਂ ਨੂੰ ਮੋਹ ਲੈਂਦੀ, ਇਸ ਕਰਕੇ ਇਸ ਦਾ ਨਾਮ ਮੋਹਣੀ ਹੈ। ਕਤੰਚ ਚਪਲ, ਚਪਲ ਕੀ ਬੜੀ ਚੰਚਲ ਹੈ, ਤੇ ਭਾਈ ਮਾਇਆ ਵੀ ਕੀ ਹੈ, ਮਾਇਆ ਦਾ ਕੀ ਸਰੂਪ ਹੈ, ਜਾਂ ਕਦੋਂ ਦੀ ਹੈ? ਭਾਈ ਇਹ ਵੀ ਤੇਰੇ ਕੋਲ ਸਥਿਰ ਰਹਿਣ ਵਾਲੀ ਨਹੀਂ, ਇਹ ਕਿੰਨੇ ਕੁ ਚਿਰ ਤੋਂ ਤੇਰੇ ਪਾਸ ਹੈ ਤੈਨੂੰ ਵੀ ਪਤਾ ਨਹੀਂ। ਇਸ ਕਰਕੇ ਕਤੰਚ ਚਪਲ ਚੰਚਲ ਮੋਹਣੀ ਜਿਹੜੀ ਮਾਇਆ ਹੈ, ਮੋਹਣ ਵਾਲੀ ਹਰੇਕ ਨੂੰ, ਰੂਪੰ ਬੜੇ ਸੁੰਦਰ ਸਰੂਪ ਵਾਲੀ ਹੈ, ਪੇਖੰਤੇ ਤਿਆਗੰ ਕਰੋਤ, ਜਿਸ ਨੂੰ ਸਾਧ ਸੰਗਤ ਦੀ ਵੇਖ ਕਰਕੇ ਛੱਡਣਾ ਚਾਹੀਦਾ ਹੈ, ਜਾਂ ਜਿਹੜੀ ਵੇਖਣੇ ਕਰਕੇ ਵੇਖਣੇ ਮਾਤਰ ਹੀ ਉਸੇ ਵੇਲੇ ਤਿਆਗਣ ਯੋਗ ਹੈ। ਪੇਖੰਤੇ ਤਿਆਗੰ ਕਰੋਤ ਦੂਸਰੇ ਅਰਥਾਂ ਦੇ ਵਿੱਚ ਜਿਹੜੀ ਸਾਧ ਸੰਗਤ ਜੀਵਨ ਨੂੰ ਦੇਖਣੇ ਕਰਕੇ ਉਸੇ ਵੇਲੇ ਛੱਡਣ ਵਾਲੀ ਹੈ, ਕਿ ਵੀ ਜੀਵ ਦਾ ਸਾਧ ਸੰਗਤ ਜੀ ਸਾਥ ਨਹੀਂ ਦਿੰਦੀ। ਜਦੋਂ ਜੀਵ ਚੜਾਈ ਕਰ ਜਾਂਦਾ ਹੈ, ਸਵਾਸਥ ਸਾਧ ਸੰਗਤ ਤਿਆਗ ਦਿੰਦਾ ਹੈ, ਕਿਤੇ ਬਾਅਦ ਵਿੱਚ ਮਾਇਆ ਵੀ ਜੀਵ ਦੀ ਸਹਾਈ ਨਹੀਂ ਹੁੰਦੀ।
ਇਸ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਹਨ ਕਿ ਜਿਨ੍ਹਾਂ ਜੀਵਾਂ ਦਾ ਸੰਸਾਰ ਦੇ ਵਿੱਚ ਮਾਇਆ ਦੇ ਨਾਲ ਮੋਹ ਲੱਗਾ ਹੋਇਆ ਹੈ ਨਾ, ਭਾਈ ਉਹ ਵੀ ਸਮਝਾਣ ਕਿ ਮਾਇਆ ਦਾ ਮੋਹ ਸਥਿਰ ਨਹੀਂ ਹੈ। ਇਹ ਕੀ ਸੰਸਾਰ ਦੇ ਵਿੱਚ ਚੰਚਲ ਸੋਹਣੇ ਸਰੂਪ ਵਾਲੀ ਮਾਇਆ ਦੇ ਨਾਲ ਮੋਹ ਲਗਾਉਣਾ। ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਦਿਆਂ ਅਚੁੱਤ ਤਨ ਫਿਰ ਹੈ। ਇਹਨਾਂ ਦੋਹਾਂ ਨੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਪੁੱਛਿਆ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਮਹਾਰਾਜ ਆਪ ਜੀ ਨੇ ਸੰਸਾਰ ਦੇ ਵਿੱਚ ਜਿਸ ਦੀ ਕੁੱਖੋਂ ਪੈਦਾ ਹੋਏ ਮਾਤਾ ਪਿਤਾ ਬਿਨਤਾ ਇਸਤਰੀ ਪੁੱਤਰ ਇਤਿਆਦਿਕ ਭਰਾ ਮਿੱਤਰ ਪ੍ਰੇਮੀ ਰਿਸ਼ਤੇਦਾਰ ਇਥੋਂ ਤੱਕ ਮਾਇਆ ਸਾਰਿਆਂ ਦੇ ਮੋਹ ਨੂੰ ਮਹਾਰਾਜ ਆਪ ਜੀ ਨੇ ਝੂਠਾ ਕਹਿਲਾ ਦਿੱਤਾ ਹੈ। ਇਹ ਜਾਣਿਆ ਕਿ ਮਹਾਰਾਜ ਇਹਨਾਂ ਦੇ ਨਾਲ ਕਿਸੇ ਤਰੀਕੇ ਦੇ ਨਾਲ ਜੀਵ ਸੰਸਾਰ 'ਚ ਸਥਿਰ ਰਹਿਣ ਵਾਲਾ ਨਹੀਂ। ਹੁਣ ਫਿਰ ਆਪ ਜੀ ਕਿਰਪਾ ਕਰਕੇ ਦੱਸੋ ਮਹਾਰਾਜ ਫਿਰ ਸੰਸਾਰ ਦੇ ਸਦੀਵ ਕਾਲ ਵਾਸਤੇ ਕਿਹੜਾ ਰਹਿਣ ਵਾਲਾ ਹੈ। ਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਨਾਂ ਦੋਹਾਂ ਪੰਡਤਾਂ ਦੀ ਗੱਲ ਦਾ ਪ੍ਰਸ਼ਨ ਦਾ ਉੱਤਰ ਦਿੰਦਿਆਂ ਹੋਇਆ ਅੱਗੇ ਬਚਨ ਕੀਤਾ, ਰਹੰਤ ਸੰਗ ਭਗਵਾਨ ਸਿਮਰਨ। ਜੀਵ ਦੇ ਨਾਲ ਸੰਸਾਰ ਦੇ ਵਿੱਚ ਜੇਕਰ ਕੋਈ ਰਹਿਣ ਵਾਲਾ ਹੈ ਤੇ ਉਹ ਹੈ ਭਾਈ ਜੋ ਖੱਟ ਭਗਾ ਸੰਪੰਨ ਪਰਮੇਸ਼ਰ ਉਸ ਵਾਹਿਗੁਰੂ ਦਾ ਨਾਮ, ਜਾਂ ਤੇ ਭਾਈ ਉਸ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਹੈ ਜੀਵ ਤੇਰੇ ਨਾਲ ਰਹਿਣ ਵਾਲਾ ਹੈ, ਨਾਨਕ ਲਬਦਿਆਂ ਅਚੋਤਨ ਹੈ। ਫਿਰ ਇਹਨਾਂ ਪੁੱਛਿਆ ਕਿ ਮਹਾਰਾਜ ਜਿਹੜਾ ਨਾਮ ਹੈ ਉਹ ਲੱਭਦਾ ਕਿਵੇਂ ਹੈ। ਤੇ ਗੁਰੂ ਸਿੱਖਾਂ ਨੂੰ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਰਿਆਂ ਦੇ ਭਲੇ ਵਾਸਤੇ ਉਪਦੇਸ਼ ਬਖਸ਼ ਕਰਦੇ ਨੇ। ਜੋ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ ਉਹ ਅਚੁੱਤ ਸਾਧ ਸੰਗਤ ਜੀ ਕੀ ਅਗੜ ਸਰੂਪ ਜੋ ਅਕਾਲ ਪੁਰਖ ਪਰਮੇਸ਼ਰ ਤਨ ਹੈ ਉਸ ਦੀ ਸੰਤਾਨ, ਤਨ ਹੈ ਨਾਮ ਪੁੱਤਰ ਦਾ ਹੈ। ਕਿ ਜੋ ਵਾਹਿਗੁਰੂ ਦਾ ਨਾਮ ਹੈ ਉਹ ਕਿਹਨਾਂ ਦੇ ਪਾਸੋਂ ਲੱਭਦਾ ਹੈ, ਜਿਹੜੇ ਪਰਮੇਸ਼ਰ ਦੀ ਸੰਤਾਨ ਹਨ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਸਾਧ ਸੰਗਤ ਜੀ ਸੌਂਤਰਿਆ ਬਣਾਇਆ ਹੈ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਦਾਤਾ। ਸੋਠ ਰਾਗ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਨ ਕਿ ਜਿਹਨਾਂ ਰੱਬ ਦੇ ਪਿਆਰਿਆਂ ਨੇ ਸੰਤਾਂ ਮਹਾਤਮਾ ਨੇ ਪਰਮੇਸ਼ਰ ਦਾ ਨਾਮ ਸਾਰੇ ਸੰਸਾਰ ਦੇ ਵਿੱਚ ਮਕਾਉਣਾ ਕੀਤਾ ਹੈ, ਸੌਂਤਰੇ ਬਣੇ ਨੇ ਸਾਧ ਸੰਗਤ ਜੀ, ਵਾਹਿਗੁਰੂ ਨੂੰ ਸੌਂਤਰਿਆ ਬਣਾਇਆ ਹੈ, ਸ਼੍ਰੇਸ਼ਟ ਸੰਤਾਨ ਹਨ। ਉਹ ਰੱਬ ਦੇ ਪਿਆਰਿਆਂ ਦੇ ਕੋਲੋਂ ਸੰਤਾਂ ਮਹਾਤਮਾ ਦੇ ਕੋਲੋਂ ਜਿਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਲੱਭਦਾ ਹੈ। ਇਸ ਕਰਕੇ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਨੂੰ ਉਪਦੇਸ਼ ਦਿੰਦੇ ਹਨ ਕਿ ਸੰਸਾਰ ਦਾ ਹੋਰ ਜਿੰਨਾ ਵੀ ਰਿਸ਼ਤੇਦਾਰਾਂ ਦਾ ਭੈਣ ਭਰਾਵਾਂ ਦਾ ਸਖੀਆਂ ਸੰਬੰਧੀਆਂ ਦਾ ਮੋਹ ਹੈ ਉਸ ਨੂੰ ਛੱਡ ਕਰਕੇ ਸਾਰਾ, ਕਿਉਂਕਿ ਸੰਸਾਰ ਦੇ ਵਿੱਚ ਚਲਾਇਮਾਨ ਹਨ, ਨਾਸ਼ਵੰਤ ਹਨ, ਸਿਰਫ ਪਰਮੇਸ਼ਰ ਦਾ ਨਾਮ ਰਹਿਣ ਵਾਲਾ ਹੈ। ਤੇ ਉਸ ਨੂੰ ਲੱਭਣ ਦਾ ਤਰੀਕਾ ਵੀ ਦੱਸ ਦਿੱਤਾ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿ ਭਾਈ ਸੰਤਾਂ ਮਹਾਤਮਾ ਦੇ ਪਾਸੋਂ ਲੱਭਦਾ ਹੈ। ਇਸ ਕਰਕੇ ਉਹ ਵਾਹਿਗੁਰੂ ਦਾ ਨਾਮ ਨੂੰ ਧਿਆਉਣਾ ਕਰੋ ਜਿਹੜਾ ਤੁਹਾਡੇ ਨਾਲ ਸਦੀਵ ਕਾਲ ਰਹਿਣ ਵਾਲਾ ਹੈ। ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵ ਹੈ। ਦੂਸਰੇ ਸ਼ਲੋਕ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਮਿੱਤਰਾਂ ਨੂੰ, ਸਖੀਆਂ ਸੰਬੰਧੀਆਂ ਨੂੰ, ਭਰਾਵਾਂ ਨੂੰ, ਮਾਤਾ ਤੇ ਪਿਤਾ ਨੂੰ ਤ੍ਰਿਗਾਕਾਰ ਕਹਿਣਾ ਕੀਤਾ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਕਦੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਸਿਮਰਨ ਵੱਲੋਂ ਜੀਵਨ ਨੂੰ ਸਾਧ ਸੰਗਤ ਜੀ ਹਟਾਉਣਾ ਕੀਤਾ ਹੈ। ਉਹ ਮਾਤਾ ਪਿਤਾ ਵੀ ਸਾਧ ਸੰਗਤ ਜੀ ਤ੍ਰਿਗਾਕਾਰ ਹੈ ਉਹਨਾਂ ਦੇ ਵਾਸਤੇ, ਜਿਨ੍ਹਾਂ ਨੇ ਆਪਣੀ ਸੰਤਾਨ ਨੂੰ ਪਰਮੇਸ਼ਰ ਦਾ ਨਾਮ ਨਹੀਂ ਜਪਾਉਣਾ ਕੀਤਾ, ਜਾਂ ਜਿਨ੍ਹਾਂ ਨੇ ਜਪਿਆ ਹੈ ਤੇ ਸਾਧ ਸੰਗਤ ਜੀ ਉਹਨਾਂ ਦੀ ਮਾਤਾ ਜਾਂ ਪਿਤਾ ਨੇ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਪਰੇ ਹਟਾਉਣਾ ਕੀਤਾ ਹੈ। ਜਿਵੇਂ ਭਗਤ ਨਾਮਦੇਵ ਜੀ ਦੀ ਮਾਤਾ ਨੇ ਸਾਧ ਸੰਗਤ ਜੀ ਬਚਨ ਕੀਤੇ ਸਨ ਕਿ ਇਸ ਤਰੀਕੇ ਨਾਲ ਜੋ ਅਕਾਲ ਪੁਰਖ ਪਰਮੇਸ਼ਰ ਦਾ ਸਾਧ ਸੰਗਤ ਜੀ ਭਜਨ ਕਰਨਾ ਹੈ ਉਹ ਛੱਡ ਦੇਣਾ ਕਰ, ਉਸ ਨੂੰ ਨਾ ਕਰ, ਨਹੀਂ ਤਾਂ ਤੈਨੂੰ ਜਿਹੜਾ ਰਾਜਾ ਹੈ ਇਹ ਮਾਰ ਦੇਵੇਗਾ, ਤੈਨੂੰ ਸਜ਼ਾ ਦੇਵੇਗਾ। ਤੇ ਭਗਤ ਨਾਮਦੇਵ ਜੀ ਨੇ ਬਚਨ ਕੀਤੇ ਸਨ ਕਿ ਨਾ ਹੋ ਤੇਰਾ ਪੁੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤਾ ਹਰਿ ਗੁਣ ਗਾਏ। ਇਤਿਆਦਿਕ ਸਾਧ ਸੰਗਤ ਜੀ ਅਜਿਹੀਆਂ ਮਾਵਾਂ ਤੇ ਵੀ ਤ੍ਰਿਗਾਕਾਰ ਹੈ। ਜਿਵੇਂ ਸਾਧ ਸੰਗਤ ਜੀ ਵਾਲਮੀਕ ਦੀ ਮਾਤਾ ਉਸ ਨੂੰ ਪਾਪ ਕਰਮ ਕਰਨ ਵਾਸਤੇ ਨਿਤਾ ਪ੍ਰਤੀ ਪ੍ਰੇਰਦੀ ਸੀ ਨਾ, ਸਾਧ ਸੰਗਤ ਜੀ ਇਸੇ ਤਰੀਕੇ ਦੇ ਨਾਲ ਉਹਨਾਂ ਮਾਵਾਂ ਵਾਸਤੇ ਤ੍ਰਿਗਾਕਾਰ ਹੈ। ਤੀਸਰੀ ਉਦਾਹਰਨ ਮਹਾਂਪੁਰਖ ਦਿੰਦੇ ਜਿਵੇਂ ਭਗਤ ਪ੍ਰਹਿਲਾਦ ਜੀ ਦੀ ਮਾਤਾ ਹੋਈ ਹੈ। ਜਦੋਂ ਉਹ ਰੱਬ ਬਾਲਕ ਸਾਧ ਸੰਗਤ ਛੋਟੀ ਉਮਰੇ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ ਚੱਲਿਆ ਹੈ ਤੇ ਫਿਰ ਉਸ ਨੂੰ ਸਾਧ ਸੰਗਤ ਜੀ ਹਟਾਉਣਾ ਕੀਤਾ ਹੈ ਕਿ ਨਹੀਂ ਭਾਈ, ਨਹੀਂ ਪੁੱਤਰਾ, ਪਰਮੇਸ਼ਰ ਦਾ ਨਾਮ ਜਪਣ ਤੋਂ ਰਹਿਣ ਦੇ। ਇਤਿਆਦਿਕ ਸਾਧ ਸੰਗਤ ਜੀ ਉਹਨਾਂ ਮਾਵਾਂ ਵਾਸਤੇ ਤ੍ਰਿਗਾਕਾਰ ਹੈ। ਉਸ ਦੇ ਬਾਬਤ ਅੱਗੇ ਕਥਨ ਕਰਦੇ ਹਨ, ਤ੍ਰਿਗੰਤ ਮਾਤ ਪਿਤਾ ਸਨੇਹੰ, ਉਹਨਾਂ ਮਾਤਾ ਤੇ ਪਿਤਾ ਦੇ ਸਨੇਹ ਪਿਆਰ ਨੂੰ ਤ੍ਰਿਗਾਕਾਰ ਹੈ। ਕਿਸੇ ਨੂੰ 100 ਵਾਰ ਫਿੱਟੇ ਮੂੰਹ ਕਹਿ ਦਿਓ ਤੇ ਇੱਕ ਲਾਹਨਤ ਬਣਦੀ ਹੈ, 100 ਲਾਹਨਤਾਂ ਪਾਓ ਇੱਕ ਤ੍ਰਿਗ ਬਣਦਾ ਹੈ।
ਇਹ ਸਾਧ ਸੰਗਤ ਜੀ ਉਹਨਾਂ ਜੀਵਾਂ ਨੂੰ ਸਾਧ ਸੰਗਤ ਜੀ ਸਜ਼ਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਦੇਣਿਆ ਕੀਤੀ ਹੈ, ਜਿਹੜੇ ਮਾਤਾ ਪਿਤਾ ਜਿਹੜੇ ਪ੍ਰੇਮੀ ਆਪ ਹੀ ਕਿਸੇ ਜੀਵ ਨੂੰ ਪਰਮੇਸ਼ਰ ਦੇ ਨਾਮ ਵੱਲੋਂ ਹਟਾਉਂਦੇ ਹਨ। ਉਹਨਾਂ ਮਾਤਾ ਪਿਤਾ ਦੇ ਵਾਸਤੇ ਭਾਈ ਤ੍ਰਿਗਾਕਾਰ ਹੈ, ਉਹਨਾਂ ਦੇ ਪ੍ਰੇਮ ਨੂੰ ਤ੍ਰਿਗ ਸਨੇਹੰ ਭਰਾ ਬਾਂਧਵ ਹੈ। ਇਹ ਜਿਹੇ ਭਰਾ ਜਿਹੇ ਰਿਸ਼ਤੇਦਾਰ ਜਿਹੜੇ ਜੀਵ ਨੂੰ ਪਰਮੇਸ਼ਰ ਦੇ ਨਾਮ ਸਿਮਰਨ ਵੱਲੋਂ ਪਰੇ ਹਟਾਉਂਦੇ ਹਨ, ਭਾਈ ਉਹਨਾਂ ਤੇ ਵੀ ਤ੍ਰਿਗਾਕਾਰ ਹੈ, 100 ਵਾਰੀ ਲਾਹਣਤਾ ਹੈ। ਤ੍ਰਿਗ ਸਨੇਹੰ ਬਣਤਾ ਬਿਲਾਸ ਸੁਤ ਹੈ। ਤ੍ਰਿਗਾਕਾਰ ਜਿਹੋ ਸਾਧ ਸੰਗਤ ਜੀ ਸਨੇਹ ਕਿਸ ਦੇ ਨੂੰ ਬਣਤਾ ਜਿਹੜੀ ਇਸਤਰੀ ਹੈ ਬੜਾ ਪ੍ਰੇਮ ਕਰਦੀ ਹੈ, ਇਸਤਰੀ ਦੇ ਸਨੇਹ ਨੂੰ ਵੀ ਤ੍ਰਿਗਾਕਾਰ ਹੈ। ਬਿਲਾਸ ਕੌਤਕ ਸੁਤ ਹੈ ਨਾਮ ਪੁੱਤਰ ਦਾ ਹੈ। ਇਸਤਰੀ ਤੇ ਪੁੱਤਰ ਦੇ ਜਿਹੜੇ ਕੀਤੇ ਹੋਏ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕੌਤਕ ਜਿਨ੍ਹਾਂ ਦੇ ਵੱਲ ਵੇਖ ਕਰਕੇ ਇਹ ਮਨੁੱਖਾ ਤੂੰ ਬੜਾ ਖੁਸ਼ ਹੁੰਦਾ ਹੈ, ਬੜਾ ਤੈਨੂੰ ਪ੍ਰੇਮ ਜਾਗਦਾ ਇਹਨਾਂ ਦੇ ਨਾਲ, ਪਰ ਅਸਲ ਦੇ ਵਿੱਚ ਭਾਈ ਇਹਨਾਂ ਤੇ ਵੀ ਤੈਨੂੰ ਤ੍ਰਿਗਾਕਾਰ ਕਹਿਣਾ ਚਾਹੀਦਾ ਹੈ, ਜਿਹੜੇ ਤੈਨੂੰ ਤਰ੍ਹਾਂ ਤਰ੍ਹਾਂ ਦੇ ਕੌਤਕ ਵਿਖਾ ਕਰਕੇ ਸੰਸਾਰ ਦੀ ਖੇਲਾਂ ਵਿਖਾ ਕਰਕੇ ਤੈਨੂੰ ਪਰਮੇਸ਼ਰ ਦੇ ਨਾਮ ਸਿਮਰਨ ਵੱਲੋਂ ਦੂਰ ਕਰ ਰਹੇ ਹਨ। ਇਸ ਕਰਕੇ ਭਾਈ ਇਹੋ ਜਿਹੀ ਇਸਤਰੀ ਅਜਿਹੇ ਪੁੱਤਰ ਇਹਨਾਂ ਦੇ ਪ੍ਰੇਮ ਤਾਂ ਵੀ ਤ੍ਰਿਗਾਕਾਰ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਥਨ ਕੀਤਾ ਹੈ ਜੀ, ਤ੍ਰਿਗ ਸਨੇਹੰ ਗ੍ਰਹਾਰਥ ਕਹਿ। ਤ੍ਰਿਗਾਕਾਰ ਹੈ ਜਿਹੇ ਸਨੇਹ ਨੂੰ ਸਾਧ ਸੰਗਤ ਜੀ ਗ੍ਰਹ ਅਰਥ ਕਹਿ। ਗ੍ਰਹਿ ਤੋਂ ਅਰਥ ਮੰਨ ਲਈ ਘਰ, ਅਰਥ ਨਾਮ ਪਦਾਰਥਾਂ ਦਾ, ਕਹਿ ਨਾਮ ਹੈ ਦੇ। ਘਰ ਦੇ ਅਜਿਹੇ ਪਦਾਰਥਾਂ ਦੇ ਵੀ ਸਾਧ ਸੰਗਤ ਜੀ ਮੋਹ ਤੇ ਤ੍ਰਿਗਾਕਾਰ ਹੈ, ਜਿਸ ਦੇ ਨਾਲ ਪਦਾਰਥਾਂ ਦੇ ਨਾਲ ਪ੍ਰੇਮ ਹੋਣੇ ਕਰਕੇ ਪਰਮੇਸ਼ਰ ਦਾ ਨਾਮ ਵਿਸਰਦਾ ਹੈ। ਇਸ ਕਰਕੇ ਉਸ ਘਰ ਦੇ ਪਦਾਰਥਾਂ ਦੇ ਮੋਹ ਨੂੰ ਵੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ 100 ਵਾਰੀ ਲਾਹਣਤਾਂ ਪਾਈਆਂ ਨੇ ਕਿ ਜਿਨ੍ਹਾਂ ਦੇ ਵਿੱਚ ਪੈਣੇ ਕਰਕੇ ਰੱਬ ਦਾ ਨਾਮ ਹੀ ਸਾਧ ਸੰਗਤ ਜੀ ਭੁੱਲ ਗਿਆ। ਅਜਿਹੇ ਘਰ ਦੇ ਪਦਾਰਥ ਵੀ ਇਹ ਜੀ ਫਿਰ ਤੇਰੇ ਕਿਹੜੇ ਕੰਮ ਆਉਣਗੇ, ਜਿਨ੍ਹਾਂ ਦੇ ਨਾਲ ਪੈਣੇ ਕਰਕੇ ਤੈਨੂੰ ਰੱਬ ਹੀ ਭੁੱਲ ਗਿਆ ਹੈ। ਜਿਸ ਪਰਮੇਸ਼ਰ ਦੀ ਕਿਰਪਾ ਕਰਕੇ ਤੈਨੂੰ ਸੰਸਾਰ ਦੇ ਵਿੱਚ ਘਰ ਦੇ ਸਾਰੇ ਪਦਾਰਥ ਪ੍ਰਾਪਤ ਹੋਏ, ਪਰ ਉਹਨਾਂ ਸਾਧ ਸੰਗਤ ਜੀ ਪਦਾਰਥਾਂ ਦੀ ਪ੍ਰਾਪਤੀ ਕਰਕੇ ਜੀਵ ਪਰਮੇਸ਼ਰ ਨੂੰ ਭੁੱਲ ਗਿਆ ਤੇ ਉਹ ਦਾਤ ਜਿਹੜੀ ਪਿਆਰੀ ਹੋ ਗਈ, ਪਰ ਜਿਹੜਾ ਦੇਣ ਵਾਲਾ ਹੈ ਉਹ ਵਿਸਰ ਗਿਆ। ਦਾਤ ਪਿਆਰੀ ਵਿਸਰਿਆ ਦਾ ਤਾਰਾ। ਧਨਾਸਰੀ ਰਾਗ ਅੰਦਰ ਗੁਰਬਾਣੀ ਦਾ ਫਰਮਾਨ ਹੈ ਨਾ ਕਿ ਦਾਤ ਪਿਆਰੀ ਹੋ ਗਈ ਜੀਵ ਨੂੰ, ਘਰ ਦੇ ਜਿਹੜੇ ਅਰਥ ਪਦਾਰਥ ਹਨ ਉਹ ਚੰਗੇ ਲੱਗਣ ਲੱਗ ਪਏ, ਪਰ ਜਿਸ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਤੋਂ ਇਹਨਾਂ ਦਾਤਾਂ ਦੀ ਪ੍ਰਾਪਤੀ ਕੀਤੀ, ਉਸ ਪਰਮੇਸ਼ਰ ਨੂੰ ਵਿਸਰ ਗਿਆ। ਇਸ ਕਰਕੇ ਜਿਹੇ ਪਦਾਰਥਾਂ ਦੇ ਨਾਲ ਕੀਤਾ ਹੋਇਆ ਤੇਰਾ ਪ੍ਰੇਮ ਉਸ ਤੇ ਵੀ ਭਾਈ ਤ੍ਰਿਗਾਕਾਰ ਹੈ, 100 ਵਾਰੀ ਲਾਹਣਤ ਹੈ, ਜਿਸ ਦੇ ਨਾਲ ਪੈਣੇ ਕਰਕੇ ਤੈਨੂੰ ਰੱਬ ਦਾ ਨਾਮ ਹੀ ਚੇਤੇ ਭੁੱਲ ਗਿਆ ਹੈ। ਸਾਧ ਸੰਗ ਸਨੇਹ ਸਤਯੰ ਸੁਖਯੰ ਬਸੰਤ ਨਾਨਕ ਹੈ। ਫਿਰ ਹਰੀ ਲਾਲ ਤੇ ਕ੍ਰਿਸ਼ਨ ਲਾਲ ਪੁੱਛਦੇ ਹਨ, ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਹੁਣ ਆਪ ਜੀ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਮਾਤਾ ਪਿਤਾ ਨੇ ਜੀਵ ਦਾ ਪਰਮੇਸ਼ਰ ਦੇ ਵੱਲੋਂ ਸਾਧ ਸੰਗਤ ਜੀ ਸਨੇਹ ਤੋੜਨਾ ਕੀਤਾ, ਉਹਨਾਂ ਨੂੰ ਤ੍ਰਿਗਾਕਾਰ ਆਪ ਜੀ ਨੇ ਕਹਿ ਦਿੱਤਾ ਹੈ। ਹੋਰ ਵੀ ਸੰਸਾਰ ਦੇ ਜਿੰਨੇ ਰਿਸ਼ਤੇਦਾਰ ਉਹਨਾਂ ਨੂੰ ਵੀ ਤ੍ਰਿਗਾਕਾਰ ਕਹਿ ਦਿੱਤਾ, ਜਿਹੜੇ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਵੱਲੋਂ ਹਟਾਉਂਦੇ ਹਨ। ਫਿਰ ਸੰਸਾਰ ਦੇ ਵਿੱਚ ਸੱਚਾ ਕੌਣ ਹੈ? ਜੇਕਰ ਇਹ ਸਾਰੇ ਝੂਠੇ ਹਨ, ਸਾਰੇ ਤ੍ਰਿਗਾਕਾਰ ਨੇ, ਸਾਰੇ ਲਾਹਣਤਾ ਤੇ ਸਹਿਤ ਨੇ, ਜਿਨ੍ਹਾਂ ਦਾ ਪ੍ਰੇਮ ਲਾਹਣਤਮਈ ਹੈ। ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ, ਭਾਈ ਸਾਧ ਸੰਗ, ਸਾਧੂਆਂ ਦੀ ਸੰਗਤ ਦੇ ਨਾਲ ਜਿਹੜਾ ਸਾਧ ਸੰਗਤ ਜੀ ਸਨੇਹ ਕਰਨਾ ਹੈ ਨਾ, ਉਹ ਸਤਿਅੰ ਕਹਿੰਦੇ ਸੱਚਾ ਹੈ। ਕਿਉਂ ਸੱਚਾ ਹੈ? ਕਿ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਸਤਿਅੰ ਕਹੀਏ ਸੱਚ ਸਰੂਪ ਪਰਮੇਸ਼ਰ ਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ। ਸਤਿਅੰ ਸਨੇਹ, ਸਤਿਅੰ ਭਾਵ ਸੱਚ ਸਰੂਪ ਪਰਮੇਸ਼ਰ ਦੇ ਨਾਲ ਸਨੇਹ ਪੈਦਾ ਹੋ ਜਾਣਾ ਸਾਧੂਆਂ ਦੀ ਸੰਗਤ ਕਰਕੇ। ਇਸ ਕਰਕੇ ਉਸ ਸਾਧੂਆਂ ਦੀ ਸੰਗਤ ਕੀਤੀ ਦਾ ਸਾਧ ਸੰਗਤ ਜੀ ਫਲ ਮਿਲਦਾ ਹੈ। ਉਹਨਾਂ ਦੇ ਨਾਲ ਸੰਗ ਕੀਤਾ ਹੋਇਆ ਉਹਨਾਂ ਦਾ ਸਨੇਹ ਜਿਹੜਾ ਹੈ, ਪ੍ਰੇਮ ਹੈ, ਉਹ ਸੱਚਾ ਹੈ। ਸੁਖਯੰ ਬਸੰਤ ਨਾਨਕ ਹੈ। ਕਿਉਂ ਮਹਾਰਾਜ ਸੱਚਾ ਹੈ? ਕਿਸ ਕਾਰਨ ਕਰਕੇ? ਕਹਿੰਦੇ ਜਿਸ ਦੇ ਨਾਲ ਪ੍ਰੇਮ ਪਾਉਣ ਕਰਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਜਾਂਦਾ ਹੈ ਤੇ ਹਮੇਸ਼ਾ ਕਹਿੰਦੇ ਸੁਖਯੰ ਬਸੰਤ, ਸੁੱਖਾਂ ਦੇ ਵਿੱਚ ਹੀ ਵਾਸਾ ਹੁੰਦਾ ਹੈ। ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਮੋਹਰ ਲਗਾ ਕਰਕੇ ਬਖਸ਼ਿਸ਼ ਕੀਤੀ ਹੈ। ਸਦੀਵ ਕਾਲ ਦੇ ਸਾਧ ਸੰਗਤ ਸੁੱਖ ਪ੍ਰਾਪਤ ਹੁੰਦੇ ਨੇ, ਹਮੇਸ਼ਾ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ, ਜੀਵ ਦਾ ਵਾਸਾ ਸੁੱਖਾਂ ਦੇ ਵਿੱਚ ਹੋ ਜਾਂਦਾ ਹੈ। ਇਹ ਸਾਧ ਸੰਗਤ ਕਰਨ ਦਾ ਸਾਧ ਸੰਗੀ ਫਲ ਹੈ। ਜਿਨ੍ਹਾਂ ਨੇ ਸਾਧ ਸੰਗਤ ਦੇ ਨਾਲ ਸਨੇਹ ਕੀਤਾ, ਪ੍ਰੇਮ ਕੀਤਾ, ਉਹਨਾਂ ਦਾ ਹੀ ਸੱਚ ਸਰੂਪ ਵਾਹਿਗੁਰੂ ਦੇ ਨਾਲ ਪ੍ਰੇਮ ਪੈ ਜਾਂਦਾ ਹੈ। ਇਹ ਉਦਾਹਰਨ ਦੇ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪੰਚਮ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੂਸਰੇ ਸ਼ਲੋਕ ਵਿੱਚ ਸਮਝਾਉਣਾ ਕੀਤਾ ਹੈ ਜੀ। ਮਿਥਿਅੰਤ ਦੇਹੰ ਖੀਨੰਤ ਬਲਨੰ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਪਹਿਲਾਂ ਮਾਤਾ ਪਿਤਾ ਦਾ ਸਨੇਹ, ਫਿਰ ਉਹਨਾਂ ਤੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਵਿਸਾਰਿਆ ਉਹਨਾਂ ਦੇ ਬਾਰੇ ਕਥਨ ਕਰਕੇ
ਤੀਸਰਾ, ਇਹ ਜਿਹੜਾ ਸੰਸਾਰ ਦੇ ਵਿੱਚ ਆਪਣੀ ਦੇਹੀ ਦਾ ਜਿਹੜਾ ਸਾਧ ਸੰਗਤ ਸਨੇਹ ਕਰਦੇ ਨੇ ਨਾ ਕਈ ਜੀਵ, ਉਹਨਾਂ ਦੇ ਬਾਰੇ ਵੀ ਸਮਝਾ ਦਿੰਦੇ ਨੇ ਕਿ ਇਹ ਜੀਵ ਇਕੱਲਾ ਇਹ ਨਾ ਸਮਝਦਾ ਰਹੇ ਕਿ ਦੂਸਰੀਆਂ ਸੰਸਾਰ ਦੀਆਂ ਜਿਹੜੀਆਂ ਮੂਰਤਾਂ ਨੇ, ਦੇਹੀਆਂ ਨੇ, ਇਹਨਾਂ ਦੇ ਮੋਹ ਕੱਚਾ ਹੈ। ਇਹ ਸਮਝ ਕੇ ਜਿਹੜਾ ਇਹ ਜੀਵ ਤੂੰ ਆਪਣੇ ਸਰੀਰ ਦੇ ਨਾਲ ਹੀ ਮੋਹ ਲਾਇਆ ਹੋਇਆ ਨਾ, ਇਸ ਦੇ ਬਾਰੇ ਵੀ ਸੁਣ ਲੈ। ਗੁਰੂ ਅਰਜਨ ਦੇਵ ਮਹਾਰਾਜ ਕਥਨ ਲੱਗੇ, ਮਿਥਿਅੰਤ ਦੇਹੰ, ਇਹ ਜਿਹੜੀ ਤੇਰੀ ਦੇਹ ਹੈ ਇਹ ਭਾਈ ਮਿਥੀ ਹੋਈ ਹੈ। ਮਿਥੀ ਹੋਈ ਤੋਂ ਭਾਵ ਨਾਸ਼ਵੰਤ ਹੈ, ਝੂਠੀ ਹੈ, ਇੱਕ ਨਾ ਇੱਕ ਦਿਨ ਭਾਈ ਇਸ ਨੇ ਚਲੀ ਜਾਣਾ ਹੈ, ਨਾਸ਼ਵੰਤ ਹੈ। ਖੀਣੰਤ ਬਲਨੰ, ਕਿਵੇਂ ਮਿਥੀ ਹੋਈ ਹੈ? ਕਿਉਂਕਿ ਇਸ ਦੇਹੀ ਦਾ ਜਿਹੜਾ ਬਲ ਹੈ, ਬਲਨੰ ਤੋਂ ਭਾਵ ਜੋਰ, ਬਲ, ਉਹ ਨਿਤਾ ਪ੍ਰਤੀ ਖੀਣੰਤ ਹੋ ਜਾ ਰਿਹਾ ਹੈ। ਖੀਣੰਤ ਭਾਵ ਨਾਸ਼ ਹੋਈ ਜਾ ਰਿਹਾ ਹੈ, ਘਟੀ ਜਾ ਰਿਹਾ ਹੈ, ਨਿਤਾ ਪ੍ਰਤੀ ਇਸ ਦਾ ਬਲ ਘਟ ਰਿਹਾ ਹੈ। ਪਰ ਇੱਕ ਸਾਧ ਸੰਗਤ ਸੰਸਾਰਿਕ ਜੀਵ ਹੈ ਕਿ ਜਿਹੜਾ ਆਪਣੇ ਧੀਆਂ ਪੁੱਤਰਾਂ ਨੂੰ ਵਾਧਾ ਵੇਖ ਕਰਕੇ ਬੜਾ ਸਾਧ ਸੰਗਤ ਖੁਸ਼ ਹੁੰਦਾ ਹੈ। ਤੇ ਉਧਰ ਭਗਤ ਸਾਹਿਬ ਜੀ ਨੇ ਕਥਨ ਕੀਤਾ ਹੈ ਨਾ, ਜਿਵੇਂ ਇੱਕ ਮਾਂ ਆਪਣੇ ਪੁੱਤਰ ਨੂੰ ਵੇਖ ਕਰਕੇ ਬੜਾ ਖੁਸ਼ ਹੁੰਦੀ ਹੈ, ਪਰ ਭਗਤ ਜੀ ਕਹਿੰਦੇ ਭਾਈ ਉਧਰ ਜਮਰਾਜ ਵੀ ਹੱਸ ਰਿਹਾ ਹੈ ਕਿ ਇਹ ਜਿਹੜਾ ਹੈ ਨਾ ਮੇਰੇ ਪਾਸ ਆਉਣ ਵਾਸਤੇ ਵੱਡਾ ਹੋ ਰਿਹਾ, ਇਸ ਦਾ ਸਮਾਂ ਘਟ ਰਿਹਾ ਹੈ। ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜੀ ਦੇਹੀ ਦਾ ਜਿਨ੍ਹਾਂ ਨੇ ਮੋਹ ਕੀਤਾ ਹੈ, ਦੇਹੀ ਦੇ ਨਾਲ ਪ੍ਰੇਮ ਕੀਤਾ, ਉਹ ਸਮਝ ਲੈਣ ਇਹ ਦੇਹ ਵੀ ਭਾਈ ਮਿਥੀ ਹੋਈ ਹੈ। ਇਸ ਦਾ ਬਲ ਵੀ ਜਿਹੜਾ ਨਾ ਉਹ ਸਾਧ ਸੰਗਤ ਜੀ ਮਿਥਿਆ ਹੋਇਆ ਹੈ, ਖਿਣੰਤ ਹੋ ਰਿਹਾ, ਕਮਜ਼ੋਰ ਹੋ ਰਿਹਾ, ਨਿਤਾ ਪ੍ਰਤੀ ਘਟ ਰਿਹਾ ਹੈ, ਨਾਸ਼ ਹੋ ਰਿਹਾ ਹੈ। ਵਰਦੰਤ ਜਰਵਾ ਹਿਤਯੰਤ ਮਾਇਆ, ਕਹਿੰਦੇ ਸਾਧ ਸੰਗਤ ਇਸ ਦਾ ਬਲ ਘਟ ਰਿਹਾ ਹੈ। ਕਹਿੰਦੇ ਨਿਤਾ ਪ੍ਰਤੀ ਬਰਦੰਤ ਵੱਧ ਰਿਹਾ ਹੈ, ਜਰੂਆ ਕਈ ਲਈ ਬੁਢਾਪਾ। ਨਿਤਾ ਪ੍ਰਤੀ ਸਾਧ ਸੰਗਤ ਜੀ ਜਿਹੜਾ ਹੈ ਨਾ ਜੀਵ ਦੇ ਸਵਾਸ ਨਿਕਲਦੇ ਨੇ ਉਹ ਘਟਦੇ ਹੀ ਹਨ। ਜਿਵੇਂ ਇੱਕ ਜੀਵ ਪੈਦਾ ਹੋਇਆ, ਫਿਰ ਬਚਪਨ ਬੀਤਿਆ, ਬਚਪਨ ਤੋਂ ਬਾਅਦ ਕਿਸ਼ੋਰ ਅਵਸਥਾ, ਜਵਾਨੀ, ਇਸੇ ਤਰੀਕੇ ਦੇ ਨਾਲ ਭਰ ਜਵਾਨੀ ਵਿੱਚ ਆ ਗਿਆ, ਫਿਰ ਜਦੋਂ ਬੁਢੇਪੇ ਵਾਲੀ ਅਵਸਥਾ ਵਿੱਚ ਵੀ ਆ ਗਿਆ ਹੈ ਨਾ, ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਹਨ ਭਾਈ ਫਿਰ ਇਸ ਦਾ ਜਿਹੜਾ ਬੁਢੇਪਾ ਹੈ ਉਹ ਮੌਤ ਵਾਲੇ ਪਾਸੇ ਤੱਕ ਵਧੀ ਜਾ ਰਿਹਾ ਹੈ, ਘਟਦਾ ਨਹੀਂ ਹੈ। ਪਰ ਜੀਵ ਦੇ ਸਾਧ ਸੰਗਤ ਜੀ ਅਧੋਗਤੀ ਵੇਖੋ, ਏਡੀ ਅਗਿਆਨਤਾ, ਇੰਨਾ ਕੁਝ ਗਿਆਨ ਹੋਣ ਦੇ ਬਾਵਜੂਦ ਵੀ ਫਿਰ ਵੀ ਹਤਿਅੰਤ ਮਾਇਆ ਦੇ ਨਾਲ ਕਹਿੰਦੇ ਸੰਸਾਰ ਦੇ ਵਿੱਚ ਮੋਹ ਪਾ ਲਿਆ ਇਸਨੇ, ਇੰਨਾ ਮਾਇਆ ਦੇ ਨਾਲ ਹਿਤ ਕੀਤਾ ਹੋਇਆ ਹੈ, ਮਾਇਆ ਦੇ ਨਾਲ ਪ੍ਰੇਮ ਪਾ ਰਿਹਾ ਹੈ। ਸਮਝਾਉਂਦੇ ਹਨ ਭਾਈ ਤੇਰੀ ਦੇਹੀ ਸਥਿਰ ਨਹੀਂ ਰਹਿਣੀ, ਇੱਕ ਨਾ ਇੱਕ ਦਿਨ ਨਾਸ਼ ਹੋਣੀ ਹੈ, ਨਿਤਾ ਪ੍ਰਤੀ ਘਟ ਰਿਹਾ ਹੈ, ਇਸ ਦਾ ਬਲ, ਇਸ ਦਾ ਬੁਢੇਪਾ ਵੱਧ ਰਿਹਾ ਹੈ। ਅਤਿਅੰਤ ਆਸਾ ਅਥਿਤ ਭਵਨੰ, ਮਾਇਆ ਦੇ ਨਾਲ ਪ੍ਰੇਮ ਹੋਣੇ ਕਰਕੇ ਤੇ ਇਸ ਜੀਵ ਨੇ ਸੰਸਾਰ ਦੇ ਵਿੱਚ ਅਤਿਅੰਤ ਭਾਵ ਅਨੇਕਾਂ ਹੀ ਆਸਾਵਾਂ ਲਗਾਈਆਂ ਹੋਈਆਂ ਨੇ ਆਪਣੇ ਹਿਰਦੇ ਵਿੱਚ। ਇਥੋਂ ਤੱਕ ਜਿਹੜੀ ਮਾਂ ਦੇ ਪੇਟ ਵਿੱਚ ਬੱਚਾ ਪੈਦਾ ਹੋਣ ਵਾਲਾ ਹੈ, ਉਹ ਮਾਂ ਨੇ ਵੀ ਆਪਣੇ ਪੁੱਤਰ ਤੋਂ ਸਾਧ ਸੰਗਤ ਆਪਣੀ ਸੰਤਾਨ ਤੋਂ ਆਸ ਲਗਾਈ ਹੋਈ ਹੈ ਕਿ ਮੇਰੇ ਕੁੱਖ ਦੇ ਵਿੱਚ ਜਿਹੜਾ ਮੇਰਾ ਬੱਚਾ ਪਲ ਰਿਹਾ ਹੈ, ਮੇਰਾ ਪੁੱਤਰ ਪੈਦਾ ਹੋਵੇਗਾ। ਉਸ ਤੇ ਵੀ ਸਾਧ ਸੰਗਤ ਜੀ ਇੱਕ ਮਾਂ ਜਿਹੜਾ ਸੰਸਾਰ ਦੇ ਵਿੱਚ ਅਜੇ ਆਇਆ ਹੀ ਨਹੀਂ ਹੈ, ਉਸ ਤੇ ਆਸਾ ਟਿਕਾ ਕਰਕੇ ਬੈਠੀ ਹੈ। ਇਤਿਆਦਿ ਕੇ ਜਿਹੜੇ ਜਿੰਨੇ ਵੀ ਜੀਵ ਹਨ ਸਾਰੇ ਆਸਾ ਦੇ ਅਧੀਨ ਹਨ ਸੰਸਾਰ ਦੇ ਵਿੱਚ। ਤੇ ਆਸਾ ਕਿਵੇਂ ਹੈ ਸਾਧ ਸੰਗਤ ਜੀ? ਮਾਇਆ ਦੇ ਨਾਲ ਪ੍ਰੇਮ ਹੈ। ਉਹ ਮਾਇਆ ਦੇ ਨਾਲ ਪ੍ਰੇਮ ਹੋਣੇ ਕਰਕੇ ਜੀਵ ਦੀ ਅਤਿਅੰਤ ਆਸਾ ਹਿਰਦੇ ਵਿੱਚ ਸਾਧ ਸੰਗਤ ਜੀ ਵੱਧਦੀ ਹੈ। ਪਰ ਜੀਵ ਤਾਈਂ ਜੋ ਸੱਚ ਕੀ ਹੈ ਉਹ ਸਮਝਾਉਂਦੇ ਹਨ ਕਿ ਇਹ ਜੀਵ ਸੰਸਾਰ ਦੇ ਵਿੱਚ ਤੂੰ ਅਥਿੱਤਯ ਭਵਨੰ, ਅਥਿੱਤਯ ਨਾਮ ਅਭਿਆਗਤ ਦਾ ਹੈ, ਪ੍ਰਾਹੁਣੇ ਦਾ ਹੈ। ਜਿਵੇਂ ਇੱਕ ਸੰਸਾਰ ਦੇ ਵਿੱਚ ਕਿਸੇ ਦੇ ਘਰ ਅਭਿਆਗਤ ਕੋਈ ਪ੍ਰਾਹੁਣਾ ਚਲੇ ਜਾਂਦਾ ਹੈ, ਕੋਈ ਇੱਕ ਰਾਤ ਕੋਈ 2 ਰਾਤਾਂ ਕੱਟ ਕਰਕੇ ਫਿਰ ਚਲਿਆ ਜਾਵੇਗਾ ਆਪਣੇ ਘਰ ਦੇ ਵਿੱਚ, ਇਵੇਂ ਇਸ ਤਰੀਕੇ ਦੇ ਨਾਲ ਇਹ ਜੀਵ ਤੂੰ ਸੰਸਾਰ ਦੇ ਵਿੱਚ ਅਵਿਦਿਆ ਰੂਪੀ ਨੀਂਦ ਤਾਈਂ ਇੱਕ ਸੁਪਨਾ ਦੇਖ ਰਿਹਾ ਹੈ ਜਗਤ ਵਿੱਚ। ਤੇ ਜਦੋਂ ਸਾਧ ਸੰਗਤ ਜੀ ਜਿਹੜਾ ਸੁਪਨਾ ਹੈ ਇੱਕਦਮ ਅੱਖ ਖੁੱਲੀ, ਤੇਰੇ ਪ੍ਰਾਣ ਛੁੱਟ ਗਏ ਤੇ ਤੂੰ ਸਾਧ ਸੰਗਤ ਜੀ ਸੰਸਾਰ ਤੋਂ ਚਲਿਆ ਜਾਣਾ ਹੈ। ਇੱਕ ਪ੍ਰਾਹੁਣੇ ਦੀ ਨਿਆਈ ਤੂੰ ਸੰਸਾਰ ਦੇ ਵਿੱਚ ਜਿਹੜੀ ਇਹ ਰਾਤਰੀ ਹੈ, ਆਪਣੇ ਜੀਵਨ ਰੂਪ ਰਾਤ, ਇਸ ਨੂੰ ਬਤਾ ਰਿਹਾ ਹੈ। ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਜਿਹੜਾ ਸੰਸਾਰ ਹੈ ਇੱਕ ਪ੍ਰਾਹੁਣੇ ਵਾਲਾ ਘਰ ਜਿਹੜਾ ਹੈ ਨਾ ਉਹ ਸਮਝਣਾ ਕਰਕੇ, ਜਿਵੇਂ ਘਰ ਦੇ ਵਿੱਚ ਪ੍ਰਾਹੁਣਾ ਆਇਆ ਹੁੰਦਾ ਹੈ, ਉਸਨੇ 1-2 ਦਿਨ ਰਹਿ ਕਰਕੇ ਇੱਕ ਰਾਤ ਕੱਟ ਕਰਕੇ ਚਲਿਆ ਜਾਣਾ ਹੈ। ਐਵੇਂ ਸਾਧ ਸੰਗਤ ਜੀ ਤੂੰ ਸੰਸਾਰ ਦੇ ਵਿੱਚ ਇੱਕ ਮਹਿਮਾਨ ਅਭਿਆਗਾਦੀ ਦੀਆਂ ਆਇਆ ਹੈ ਤੇ 1-2 ਦਿਨ ਸਾਧ ਸੰਗਤ ਜੀ ਜਿਹੜੇ ਆਪਣੇ ਜੀਵਨ ਰੂਪ ਰਾਤਰੀ ਦੇ ਕੱਟ ਕਰਕੇ ਸੰਸਾਰ ਦੇ ਵਿੱਚੋਂ ਚਲਿਆ ਜਾਣਾ ਹੈ। ਗਨੰਤ ਸਵਾਸਾ ਭਿਆਨ ਧਰਮੰ, ਕਿਉਂਕਿ ਜਿਹੜਾ ਸਾਧ ਸੰਗਤ ਜੀ ਭਿਆਨ ਭੈ ਦੇਣੇ ਵਾਲਾ ਜਿਹੜਾ ਧਰਮ ਰਾਜਾ ਹੈ ਨਾ, ਇਹ ਜੀਵ ਉਹ ਤੇਰੇ ਇਕੱਲੇ ਇਕੱਲੇ ਸਵਾਸ ਦੀ ਗਿਣਤੀ ਕਰ ਰਿਹਾ ਹੈ। ਗਨੰਤ ਸਵਾਸਾ ਕਿ ਜੀਵ ਸਾਧ ਸੰਗਤ ਜੀ ਕਿਤੇ ਆਦਿਕ ਆਪਣੇ ਹਿਰਦੇ ਚੋਂ ਸਵਾਸ ਛੱਡਦਾ ਹੈ, ਸਾਧ ਸੰਗਤ ਜੀ ਫਿਰ ਲੈਂਦਾ, ਉਹ ਇਕੱਲੇ ਇਕੱਲੇ ਸਵਾਸ ਦੀ ਗਿਣਤੀ ਹੋ ਰਹੀ ਹੈ।
ਕੌਣ ਕਰ ਰਿਹਾ ਹੈ? ਜੋ ਭੈ ਦੇਣੇ ਵਾਲਾ ਧਰਮ ਰਾਜਾ ਹੈ, ਉਹ ਜੀਵਾਂ ਦੇ ਸਵਾਸਾਂ ਦੀ ਵੀ ਗਿਣਤੀ ਕਰ ਰਿਹਾ ਹੈ। ਇਸ ਕਰਕੇ ਇਹ ਜੀਵ ਆਪਣੇ ਸਵਾਸਾਂ ਨੂੰ ਵੀ ਭਾਈ ਚੰਗੇ ਲਿਖੇ ਲਾ, ਜਿਹੜੇ ਸਵਾਸ ਤੇਰੇ ਚੰਗੇ ਕੰਮ ਕਰਨ ਵਾਲੇ ਪਾਸੇ ਨਿਕਲਣਗੇ, ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸਿਮਰਨ ਕਰਦਿਆਂ ਹੋਇਆਂ ਬਤੀਤ ਹੋਣਾ ਕਰਨਗੇ, ਉਹ ਸਵਾਸ ਹੀ ਭਾਈ ਸਫਲੇ ਹੋਣੇ ਆ। ਨਹੀਂ ਤਾਂ ਜਿਨ੍ਹਾਂ ਸਵਾਸਾਂ ਦੇ ਨਾਲ ਭਾਈ ਤੂੰ ਬੁਰੇ ਕਰਮ ਕੀਤੇ, ਜਾਂ ਜਿੰਨੇ ਬੁਰਾ ਕਰਮਾਂ ਵੇਲੇ ਤੂੰ ਸਵਾਸ ਲਏ, ਉਹ ਕਿਸੇ ਲੇਖੇ ਵਿੱਚ ਨਹੀਂ ਲੈਣੇ। ਉਹ ਤਾਂ ਭਾਈ ਸਗੋਂ ਜਿਹੜਾ ਭੈ ਦੇਣੇ ਵਾਲਾ ਵਾਹਿਗੁਰੂ ਧਰਮ ਰਾਜਾ ਹੈ, ਉਹਨਾਂ ਸਵਾਸਾਂ ਦੀ ਤੇਰੀ ਗਿਣਤੀ ਕਰਕੇ ਤੈਨੂੰ ਬਹੁਤ ਜ਼ਿਆਦਾ ਜਿਹੜਾ ਸਾਧ ਸੰਗਤ ਜੀ ਭੈੜੇ ਨਰਕਾਂ ਦੇ ਵਿੱਚ ਸਜ਼ਾ ਦੇਵੇਗਾ। ਇਤਿਆਦਿ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ। ਪਤੰਤ ਮੋਹ ਕੂਪ ਦੁਰਲਭ ਦੇਹੰ, ਤਤ ਆਸਰਿਯੰ ਨਾਨਕ। ਤੇ ਫਿਰ ਵੀ ਇਸ ਸੰਸਾਰ ਦੇ ਵਿੱਚ ਮਨੁੱਖ ਦੀ ਹਾਲਤ ਕੀ ਹੋ ਰਹੀ ਹੈ? ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ, ਦੁਰਲਭ ਦੇਹੀ ਦੀ ਪ੍ਰਾਪਤੀ ਕਰਕੇ। ਦੁਰਲਭ ਦੇਹੀ ਸਾਧ ਸੰਗਤ ਕੀ ਹੈ? ਕਿ ਜਿਹੜੀ ਮਨੁੱਖ ਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ। ਅਨੇਕਾਂ ਯੁੱਗਾਂ ਦੇ ਵਿੱਚੋਂ ਸਾਧ ਸੰਗਤ ਜੀ ਇਸ ਨੇ ਫਿਰਦਿਆਂ ਫਿਰਦਿਆਂ ਕਿਤੇ ਮਨੁੱਖਾ ਦੇਹ ਨੂੰ ਧਾਰਨ ਕੀਤਾ। ਸਤਿਯੁਗ ਦੇ ਕੀਤੇ ਕਰਮਾਂ ਦੇ ਅਨੁਸਾਰ ਜੀਵ ਨੂੰ ਤ੍ਰੇਤਾ ਯੁੱਗ ਵਿੱਚ ਮਨੁੱਖਾ ਦੇਹੀ ਪ੍ਰਾਪਤ ਹੋਈ। ਤ੍ਰੇਤਾ ਦੇ ਕੀਤੇ ਤਪ ਅਨੁਸਾਰ ਮਨੁੱਖ ਨੇ ਦੁਆਪਰ ਵਿੱਚ ਜਨਮ ਲਿਆ, ਤੇ ਦੁਆਪਰ ਦੇ ਕੀਤੇ ਹੋਏ ਚੰਗੇ ਕਰਮਾਂ ਕਰਕੇ ਜੀਵ ਹੁਣ ਜੇਕਰ ਕਲਯੁਗ ਦੇ ਵਿੱਚ ਆਇਆ ਹੈ, ਤੇ ਕਲਯੁਗ ਵਿੱਚ ਵੀ ਸਾਧ ਸੰਗਤ ਜੀ ਇਸ ਨੂੰ ਕੋਈ ਚੰਗੇ ਕਰਮ ਕਰਨੇ ਚਾਹੀਦੇ ਹੈ। ਕਿਉਂਕਿ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਣਾ ਹੀ ਕਲਯੁਗ ਦੇ ਵਿੱਚ ਭਾਈ ਸਭ ਤੋਂ ਉੱਤਮ ਸ੍ਰੇਸ਼ਟ ਧਰਮ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਇਹ ਗੁਰਸਿੱਖੋ, ਦੇਖੋ ਭਾਈ ਇਹ ਜੀਵ ਦੀ ਹਾਲਤ ਕੀ ਹੋ ਰਹੀ ਹੈ। ਦੁਰਲਭ ਦੇਹੀ ਦੀ ਪ੍ਰਾਪਤੀ ਕਰਕੇ, ਜਿਹੜੀ ਬਹੁਤ ਜ਼ਿਆਦਾ ਕਠਿਨਤਾਈ ਦੇ ਨਾਲ ਪ੍ਰਾਪਤ ਹੋਣ ਵਾਲੀ ਦੇਹੀ ਹੈ, ਉਸ ਨੂੰ ਪ੍ਰਾਪਤ ਕਰਕੇ ਜੀਵ ਪਤੰਤ ਮੋਹ ਕੂਪ, ਮੋਹ ਰੂਪੀ ਸਾਧ ਸੰਗਤ ਜੀ ਖੂਹ ਦੇ ਵਿੱਚ ਜਿਹੜਾ ਜੀਵ ਪਤੰਤ ਤੋਂ ਭਾਵ ਪੈ ਰਿਹਾ ਹੈ, ਤੇ ਇਸ ਨੇ ਆਪਣੇ ਆਪ ਨੂੰ ਮਨੁੱਖਾ ਦੇਹੀ ਦਾ ਅਧਿਕਾਰ ਸਾਧ ਸੰਗਤ ਸਮਝਾਉਣਾ ਕੀਤਾ ਹੈ ਕਿ ਇੱਕ ਗਿਆਨਵਾਨ ਪੁਰਸ਼ ਦਾ ਦੁਰਲਭ ਦੇਹੀ ਦੀ ਪ੍ਰਾਪਤੀ ਕਰਕੇ। ਇਸ ਕਰਕੇ ਫਿਰ ਵੀ ਅਣਜਾਣ ਹੈ, ਫਿਰ ਵੀ ਮਾਇਆ ਮੋਹ ਰੂਪੀ ਖੂਹ ਵਿੱਚ ਡਿੱਗੀ ਜਾ ਰਹੇ। ਨਿਤਾ ਪ੍ਰਤੀ ਆਪਣੇ ਸੰਸਾਰ ਦੇ ਪਦਾਰਥਾਂ ਦਾ, ਘਰ ਦੀ ਚੀਜ਼ਾਂ ਦਾ ਮੋਹ ਕਰਦਾ ਹੈ, ਮਾਤਾ ਪਿਤਾ ਸਖੇ ਸੰਬੰਧੀ ਮਿੱਤਰ ਭਾਈਆਂ ਦਾ ਮੋਹ ਕਰਦਾ ਹੈ, ਇਥੋਂ ਤੱਕ ਆਪਣੇ ਪੁੱਤਰਾਂ ਦਾ, ਆਪਣੀ ਇਸਤਰੀ ਦੇ ਕੌਤਕਾਂ ਦਾ ਬੜਾ ਮੋਹ ਕਰਦਾ ਹੈ। ਜੋ ਗੁਰੂ ਅਰਜਨ ਦੇਵ ਮਹਾਰਾਜ ਪਿੱਛੇ ਸਮਝਾ ਕਰਕੇ ਆਏ ਹਨ, ਤਤ ਆਸਰਿਯੰ ਨਾਨਕ। ਫਿਰ ਇਹ ਜੀਵ ਜੇਕਰ ਇਹ ਸਾਰੇ ਮੋਹ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਨਾ, ਤੇ ਤਤ ਕੀ ਆ? ਅਕਾਲ ਪੁਰਖ ਪਰਮੇਸ਼ਰ ਦੇ ਸਿਧਾਂਤ ਦਾ ਆਸਰਿਯੰ ਪਾਈ, ਉਸ ਦਾ ਆਸਰਾ ਲੈ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਉਪਦੇਸ਼ ਗੁਰੂ ਅਰਜਨ ਦੇਵ ਮਹਾਰਾਜ ਬਖਸ਼ ਕਰਦੇ ਨੇ ਕਿ ਜਿਹੜੀ ਤੂੰ ਦੁਰਲਭ ਦੇਹ ਨੂੰ ਪ੍ਰਾਪਤ ਕੀਤਾ ਹੈ, ਪਰ ਮੋਹ ਰੂਪੀ ਖੂਹ ਵਿੱਚ ਡਿੱਗੀ ਜਾ ਰਿਹਾ, ਨਿਤਾ ਪ੍ਰਤੀ ਪਈ ਜਾ ਰਿਹਾ, ਜਾਂ ਪਤੰਤ ਤੋਂ ਭਾਵ ਪਤਤ ਪੁਣੇ ਵਾਲੇ ਕਰਮ ਕਰ ਰਿਹਾ, ਨਿਤਾ ਪ੍ਰਤੀ ਆਪਣੇ ਚੰਗੇ ਅਖਲਾਕ ਤੋਂ, ਆਪਣੇ ਧਰਮ ਤੋਂ ਡਿੱਗੀ ਜਾ ਰਿਹਾ ਹੈ ਨਾ। ਇਸ ਕਰਕੇ ਇਹ ਜੀਵ ਚੰਗੇ ਕਰਮ ਕਰ ਦੁਰਲਭ ਦੇਹ ਦੀ ਪ੍ਰਾਪਤੀ ਕੀਤੀ ਹੈ, ਤੇ ਤਤ ਸਿਧਾਂਤ ਅਕਾਲ ਪੁਰਖ ਪਰਮੇਸ਼ਰ ਨੂੰ ਜਾਣ ਲੈ। ਉਸ ਵਾਹਿਗੁਰੂ ਦੀ ਆਸਰਣ ਸ਼ਰਨ ਪ੍ਰਾਪਤ ਕਰਨਾ ਕਰ। ਗੋਬਿੰਦ 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 ਗੋਪਾਲ ਕਿਰਪਾ। ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਮਹਾਰਾਜ ਤਤ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ, ਭਾਈ ਉਸ ਵਾਹਿਗੁਰੂ ਦੀ ਗੋਪਾਲ ਜਿਹੜਾ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ ਨਾ, ਜਿਵੇਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਹੋ ਜਾਵੇ, ਤੇ ਫਿਰ ਸਾਧ ਸੰਗਤ ਜੀਵ ਉਸ ਦੇ ਸਿਧਾਂਤ ਨੂੰ ਜਾ ਲੈਂਦਾ ਹੈ। ਗੋਬਿੰਦ ਗੋਬਿੰਦ ਗੋਬਿੰਦ, ਮਨ ਬਾਣੀ ਸਰੀਰ ਕਰਕੇ ਜਿਹੜਾ ਗੋ ਸਾਧ ਸੰਗਤ ਪ੍ਰਿਥਵੀ ਦੀ ਬਿੰਦ ਰੱਖਿਆ ਕਰਨੇ ਵਾਲਾ ਹੈ। ਗੋ ਸਾਧ ਸੰਗਤ ਜੀ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਸਰੂਪ ਹੈ। ਇਸ ਤਰੀਕੇ ਦੇ ਨਾਲ ਅਜਿਹੇ ਅਕਾਲ ਪੁਰਖ ਪਰਮੇਸ਼ਰ ਜਿਸ ਵਿੱਚ ਬੇਅੰਤ ਗੁਣ ਹਨ, ਉਹ ਪਾਇਆ ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦੀ ਜੇਕਰ ਕਿਰਪਾ ਹੋ ਜਾਵੇ, ਤਾਂ ਜੀਵ ਜਿਹੜਾ ਇਹਨਾਂ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਪ੍ਰਾਪਤ ਕਰ ਸਕਦਾ ਹੈ। ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣ ਹੈ। ਚੌਥੇ ਸ਼ਲੋਕ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਜੀਵ ਦਾ ਜਿਹੜਾ ਸਾਧ ਸੰਗਤ ਜੀ ਸਰੀਰ ਰੂਪੀ ਕੱਚਾ ਕਿਲਾ ਹੈ ਨਾ, ਇਸ ਦੇ ਬਾਰੇ ਕਥਨ ਕੀਤਾ ਹੈ। ਧਿਆਨ ਦੇ ਨਾਲ ਸਰਵਣ ਕਰਿਓ। ਕਾਚ ਕੋਟੰ, हे ਜੀਵ, ਅਕਾਲ ਪੁਰਖ ਪਰਮੇਸ਼ਰ ਨੇ ਜਿਹੜਾ ਤੇਰਾ ਸਰੀਰ ਕਿਵੇਂ ਰਚਿਆ, ਉਹ ਧਿਆਨ ਦੇ ਨਾਲ ਸਮਝਣਾ ਕਰ। ਇੱਕ ਕੱਚੇ ਕਿਲੇ ਦੇ ਵਾਂਗ ਤੇ ਰਚਿਆ ਹੋਇਆ ਇਹ ਸਰੀਰ ਹੈ। ਰਚੰਤ ਤੋਯੰ ਲੇਪਨੰ ਰਕਤ, ਮੰਨ ਲੈਣਾ ਕਰਕੇ ਪਿਤਾ ਦੇ ਸਾਧ ਸੰਗਤ ਜੀ ਪਾਣੀ ਰੂਪ ਬੀਰਜ, ਤੇ ਮਾਤਾ ਦੇ ਕੇ ਲਈ ਖੂਨ ਰਕਤ ਤੋਂ ਹੈ ਜੀਵ ਤੇਰਾ ਜਿਹੜਾ ਸਰੀਰ ਹੈ, ਇਹ ਅਕਾਲ ਪੁਰਖ ਪਰਮੇਸ਼ਰ ਨੇ ਸਾਧ ਸੰਗਤ ਜੀ ਸਿਰਜਣਾ ਕੀਤਾ ਹੈ।
ਤੇ ਲੇਪਨੰ ਚਰਮਣ ਹੈ। ਤੇ ਸਾਧ ਸੰਗਤ ਜੀ ਸਰੀਰ ਤੇ ਲੇਪਨ ਕਾਹਦਾ ਕੀਤਾ ਹੈ? ਉਹ ਵਾਹਿਗੁਰੂ ਨੇ ਸਾਧ ਸੰਗਤ ਜੀ ਚਰਮਣਾ ਕੀ ਚਮੜੀ ਦਾ, ਜੋ ਵਿੱਚੋਂ ਰਕਤ ਪਾਦਾ ਹੈ। ਸਾਧ ਸੰਗਤ ਜੀ ਉਤਲੇ ਸ਼ਬਦ ਦੇ ਨਾਲ ਅਰਥ ਲਾਉਣਾ ਹੈ। ਮਾਤਾ ਦਾ ਰਕਤ ਤੇ ਪਿਤਾ ਦਾ ਸਾਧ ਸੰਗਤ ਜੀ ਤੋਯੰਗ ਅਰਥ ਹੁੰਦਾ ਪਾਣੀ, ਬੀਜ ਰੂਪੀ ਪਾਣੀ ਤੇ ਮਾਤਾ ਦੇ ਰਕਤ ਤੋਂ ਇਹ ਜੀਵ ਤੇਰੇ ਸਰੀਰ ਦੀ ਰਚਨਾ ਹੋਈ। ਤੇ ਮੰਨ ਲਓ ਸਾਧ ਸੰਗਤ, ਜੇਕਰ ਸਾਡਾ ਕੱਲਾ ਖੂਨ ਤੇ ਪਿਛਲਾ ਜੋ ਹਿੱਸਾ ਜਿਹੜਾ ਹੱਡੀਆਂ ਮੇਜ ਇਹੋ ਹੀ ਹੁੰਦੀ, ਜਿਹੜਾ ਪਰਮੇਸ਼ਰ ਨੇ ਉੱਪਰ ਜਿਹੜਾ ਸਾਧ ਸੰਗਤ ਜੀ ਲੇਪਨ ਕੀਤਾ ਚਮੜੀ ਦਾ, ਇਹ ਨਾ ਹੁੰਦਾ ਤੇ ਮਹਾਂਪੁਰਖ ਦੱਸਦੇ ਸਾਧ ਸੰਗਤ ਜੀ ਇਹ ਜੀਵ ਤੇਰੇ ਸਰੀਰ ਨੂੰ ਮੱਖੀਆਂ ਨੇ ਖਾ ਲੈਣਾ ਸੀ, ਤੇਰੇ ਸਰੀਰ ਵਿੱਚੋਂ ਹਮੇਸ਼ਾ ਬਦਬੂ ਹੀ ਆਉਂਦੀ ਰਹਿਣੀ ਸੀ, ਜੇਕਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੇਰੇ ਤੇ ਚਮੜੀ ਦਾ ਲੇਪਨ ਨਾ ਕਰਦਾ। ਧਿਆਨ ਦੇ ਨਾਲ ਕਿਤੇ ਸਮਝ ਕਰਕੇ ਵੇਖਿਓ, ਜਿਵੇਂ ਸਾਡੇ ਕੋਈ ਸਰੀਰ ਤੇ ਕੋਈ ਜ਼ਖਮ ਵੀ ਹੋ ਜਾਵੇ ਤੇ ਸਾਧ ਸੰਗਤ ਜੀ ਉੱਥੋਂ ਜਾਂ ਲਹੂ ਪਾਕ ਵਗਦੀ ਹੈ ਤੇ ਬੜੀਆਂ ਮੱਖੀਆਂ ਬਹਿੰਦੀਆਂ ਨੇ, ਬੜੀ ਉਸ ਜ਼ਖਮ ਵਿੱਚੋਂ ਬਦਬੂ ਵੀ ਆਉਂਦੀ ਹੈ। ਤੇ ਇਹੋ ਹਾਲਤ ਜੇਕਰ ਸਾਡੇ ਸਾਰੇ ਸਰੀਰ ਦੀ ਹੁੰਦੀ, ਜੇਕਰ ਸਾਡੇ ਸਰੀਰ ਤੇ ਮਾਸ ਨਾ ਹੁੰਦਾ ਤੇ ਸਾਧ ਸੰਗਤ ਜੀ ਇੱਕ ਸਰੀਰ ਕਿਵੇਂ ਦਾ ਲੱਗਣਾ ਸੀ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਪੰਚਮ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ, ਉਸ ਵਾਹਿਗੁਰੂ ਦੇ ਭਾਈ ਇਹ ਸਿਰਜਣਾ ਹੈ ਕਿ ਜਿਸ ਜੀਵ ਨੂੰ ਸਾਧ ਸੰਗਤ ਜੀ ਉਸਨੇ ਕੱਚੇ ਕਿਲੇ ਦਾ ਇੱਕ ਸਰੀਰ ਸਿਰਜਿਆ ਹੋਇਆ ਹੈ। ਕੱਚਾ ਕਿਲਾ ਕਿਵੇਂ ਹੈ? ਉਹ ਅੱਗੇ ਗੁਰੂ ਪਾਤਸ਼ਾਹ ਸਮਝਾਉਣਗੇ, ਜਿਸ ਵਿੱਚ ਮਾਤਾ ਦਾ ਖੂਨ ਤੇ ਪਿਤਾ ਦੀ ਸਾਧ ਸੰਗਤ ਜੀ ਬੀਜ ਰੂਪੀ ਜਿਹੜਾ ਤੋਯੰਗ ਪਾਣੀ ਦੇ ਨਾਲ ਤੇ ਚਮੜੀ ਦਾ ਲੇਪਨ ਕਰਕੇ ਸਿਰਜਣਾ ਕੀਤਾ ਹੈ ਜੀ। ਨਵੰਤ ਦੁਆਰੰ ਭੀਤ ਰਹਿਤੰ ਬਾਏ ਰੂਪੰ ਅਸਤੰਭਨ ਹੈ। ਨਵੰਤ ਤੋਂ ਭਾਵ 9 ਦੁਆਰੇ ਨੇ। ਸਾਧ ਸੰਗਤ ਜੀ ਕੱਚੇ ਕਿਲਾ ਹੈ, ਕੱਚੇ ਕਿਲੇ ਨੂੰ 9 ਦਰਵਾਜ਼ੇ ਲੱਗੇ ਹੋਏ ਆ। ਨਵੰਤ ਦੁਆਰੰ ਭੀਤ ਰਹਿਤੰ, ਭੀਤ ਨਾਮ ਕੰਧ ਦਾ ਹੈ, ਪਰਦੇ ਦਾ ਹੈ। 9 ਦੁਆਰੇ ਆ ਤੇ ਜਿਨ੍ਹਾਂ ਵਿੱਚ ਵੀ ਕੋਈ ਪਰਦਾ ਨਹੀਂ। ਸਾਹਮਣੇ ਸਾਧ ਸੰਗਤ ਖੁੱਲੇ ਨੇ, ਜੇਕਰ ਅੱਖਾਂ ਸਾਧ ਸੰਗਤ ਜਿਨ੍ਹਾਂ ਵਿੱਚ ਜੋਤ ਹੈ ਤੇ ਸਾਹਮਣੇ ਪ੍ਰਕਾਸ਼ ਦਿਖਾਈ ਦੇ ਰਿਹਾ ਹੈ, ਅਤੇ ਅੱਗੇ ਚੰਚਲ ਹੈ। ਇਸ ਕਰਕੇ ਇਸ ਸਰੀਰ ਨੂੰ ਕੱਚਾ ਕਿਲਾ ਕਿਹਾ ਗਿਆ ਕਿ ਭਾਈ ਕੱਚਾ ਕਿਲਾ ਹੈ, ਕੋਈ ਪਤਾ ਨਹੀਂ ਜਿਹੜੇ ਮਰਜ਼ੀ ਵੇਲੇ ਢਹਿ ਸਕਦਾ ਹੈ, ਇਸ ਦਾ ਕੋਈ ਪੱਕਾ ਯਕੀਨ ਨਹੀਂ ਹੈ, ਇਸ ਦੀ ਪੱਕੀ ਮੁਰੰਮਤ ਨਹੀਂ ਕਹਿ ਸਕਦੇ ਕਿ ਬੜੇ ਸਾਧ ਸੰਗਤ ਜੀ ਪਿੱਲਰ ਖੜਿਆ ਕੀਤੇ ਇਸ ਦੇ ਹੇਠਾਂ। ਇਹ ਹਵਾ ਰੂਪੀ ਜਿਹੜੇ ਪਿੱਲਰ ਹੈ, ਹਵਾ ਰੂਪੀ ਥੰਮੇ ਆ ਨਾ, ਇਸ ਸਰੀਰ ਦੇ ਵਿੱਚ ਖੜੇ ਕੀਤੇ ਆ। ਇਸ ਕਰਕੇ ਇਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਕੱਚੇ ਕਿਲੇ ਦਾ ਨਾਮ ਦਿੱਤਾ ਹੈ ਕਿ ਜਿਸ ਦਾ ਕੋਈ ਪਤਾ ਨਹੀਂ ਹੈ ਕਿ ਥੰਬ ਜਿਹੜੇ ਪਾਸੇ ਹੋ ਗਏ, ਭਾਵ ਸਰੀਰ ਵਿੱਚੋਂ ਜਿਹੜੀ ਹਵਾ ਹੈ, ਹਵਾ ਰੂਪੀ ਥੰਬ ਪਾਸੇ ਹੋ ਗਿਆ ਤੇ ਜਿਹੜਾ ਸਾਧ ਸੰਗਤ ਜੀ ਸਰੀਰ ਰੂਪੀ ਕੱਚਾ ਕਿਲਾ ਹੈ, ਇਸ ਨੇ ਢਹਿ ਢੇਰੀ ਹੋ ਜਾਣਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ, 9 ਦੁਆਰੇ ਅਕਾਲ ਪੁਰਖ ਪਰਮੇਸ਼ਰ ਨੇ ਪਰਦੇ ਤੋਂ ਰਹਿਤ ਬਣਾਉਣਾ ਕੀਤੇ ਤੇ ਸਾਧ ਸੰਗਤ ਜੀ ਬਾਏ ਰੂਪੰ ਅਸਤੰਭਨ ਹੈ ਤੇ ਹਵਾ ਰੂਪੀ ਜਿਹੜੇ ਥੰਮੇ ਹਨ ਉਹਨਾਂ ਤੇ ਕੱਚੇ ਕਿਲੇ ਨੂੰ ਖਿਲਾਰਨਾ ਕੀਤਾ ਹੈ। ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਤਰੰ। ਇਹ ਸਾਧ ਸੰਗਤ ਜੀ ਜੀਵ ਦੀ ਹਾਲਤ ਦਰਸਾ ਰਹੇ ਹਨ ਕਿ ਫਿਰ ਵੀ ਇੱਕ ਜੀਵ ਦਾ ਇਹਨਾਂ ਕੁਝ ਸਾਧ ਸੰਗਤ ਜੀ ਗਿਆਨ ਪ੍ਰਾਪਤ ਹੋਣੇ ਕਰਕੇ ਵੀ ਜਾਣਦਾ ਵੀ ਮੇਰਾ ਸਰੀਰ ਸੰਸਾਰ 'ਚ ਸਦਾ ਥਿਰ ਨਹੀਂ, ਤਾਂ ਵੀ ਜੋ ਅਕਾਲ ਪੁਰਖ ਪਰਮੇਸ਼ਰ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਹੈ, ਉਸ ਦਾ ਨਾਮ ਦਾ ਸਿਮਰਨ ਨਹੀਂ ਕਰਦਾ। ਅਗਿਆਨੀ ਜਾਨੰਤ ਅਸਥਰੰਗ, ਅਗਿਆਨੀ ਪੁਰਸ਼ ਜਿਹੜਾ ਹੈ ਕਿ ਹਮੇਸ਼ਾ ਇਸ ਨੇ ਸੰਸਾਰ ਦੇ ਵਿੱਚ ਸਰੀਰ ਨੂੰ ਸਥਿਰ ਰਹਿਣ ਵਾਲਾ ਜਾਣਿਆ ਹੈ, ਪਰਮੇਸ਼ਰ ਦਾ ਨਾਮ ਨਹੀਂ ਕਰਦਾ ਤੇ ਦੇਹੀ ਨੂੰ ਸੰਸਾਰ ਦੇ ਸਦਾ ਸਥਿਰ ਜਾਣਨਾ ਕੀਤਾ ਹੈ। ਦੁਰਲਭ ਦੇਹ ਉਦਰੰਤ ਸਾਧ ਸਰਨ ਨਾਨਕ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ, ਭਾਈ ਜਿਹੜੀ ਦੁਰਲਭਤਾਈ ਦੇ ਨਾਲ, ਬੜੀ ਕਠਿਨਤਾਈ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਸਦਕਾ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਇਸ ਦਾ ਉਧਾਰ ਕੇਵਲ ਸਾਧੂਆਂ ਦੀ ਸ਼ਰਨ ਕਰਕੇ ਹੋਣਾ ਹੈ। ਹਰ 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 ਹਰੇ ਜਪੰਤ। ਜੋ ਹਰ ਸਾਧ ਸੰਗਤ ਜੀ ਦੁੱਖਾਂ ਨੂੰ ਹਰਨੇ ਵਾਲਾ, ਨਾਸ਼ ਕਰਨੇ ਵਾਲਾ ਹੈ, ਜੋ ਅਕਾਲ ਪੁਰਖ ਪਰਮੇਸ਼ਰ ਸਾਧ ਸੰਗਤ ਜੀ ਹਰ ਸਰੂਪ ਆਪਣੇ ਭਗਤਾਂ ਦੇ ਹਿਰਦਿਆਂ ਵਿੱਚੋਂ ਮੋਹ ਨੂੰ ਹਰਨ ਵਾਲਾ ਹੈ, ਪਾਪਾਂ ਨੂੰ ਹਰਨ ਵਾਲਾ ਹੈ, ਦੁੱਖਾਂ ਨੂੰ ਹਰਨ ਵਾਲਾ ਹੈ, ਸੰਸਿਆਂ ਨੂੰ ਸਾਧ ਸੰਗਤ ਜੀ ਜੀਵ ਦੇ ਹਿਰਦੇ ਵਿੱਚੋਂ ਹਰਨ ਵਾਲਾ ਹੈ ਤੇ ਹਰ ਹਰੇ ਜਪੰਤ, ਜੋ ਸਾਰੇ ਸਾਧ ਸੰਗਤ ਜੀ ਜੀਵਨ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਸ੍ਰਿਸ਼ਟੀ ਦਾ ਪਾਲਣਹਾਰ ਅਕਾਲ ਪੁਰਖ ਪਰਮੇਸ਼ਰ ਜਿਸ ਤੇ ਬੇਅੰਤ ਨਾਮ ਹਨ। ਸਾਧ ਸੰਗਤ ਜੀ ਹਰ ਦੇ ਵੀ 32 ਅਰਥ ਸਾਧ ਸੰਗਤ ਜਿਸ ਤਰੀਕੇ ਨਾਲ ਵਿਦਵਾਨਾਂ ਨੇ ਕੀਤੇ ਹੈ ਤੇ ਜੋ ਅਕਾਲ ਪੁਰਖ ਪਰਮੇਸ਼ਰ ਪਾਈ ਜਿਹੇ ਪਰਮੇਸ਼ਰ ਦਾ ਨਾਮ ਜਪਣਾ ਕਰ। ਸੁਬੰਤ ਤੋਯੰ ਅਚੁੱਤ ਗੁਣਗਯੰ ਪੂਰਨੰ ਬਹੁਲੋ ਕਿਰਪਾਲਾ। ਹਰੇਕ ਜੀਵ ਨੂੰ ਸੰਸਾਰ ਦੇ ਵਿੱਚ ਆਪਣੀ ਪ੍ਰਭਤਾ ਦੀ ਵਡਿਆਈ ਦੀ ਸਾਧ ਸੰਗਤ ਦੀ ਇੱਛਾ ਹੁੰਦੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਆ, ਸੁਬੰਤ ਤੋਯੰ, ਹੇ ਤੂੰ ਜੇਕਰ ਸੰਸਾਰ ਦੀ ਤੈਨੂੰ ਸ਼ੋਭਾ
ਆਪਣੀ ਪ੍ਰਸਿੱਧ ਕਰਨ ਦੀ ਇੱਛਾ ਹੈ ਨਾ ਕਿ ਮੈਂ ਸੰਸਾਰ ਦੀ ਸ਼ੋਭਾ ਵਾਲਾ ਬਣਾ, ਤੇ ਫਿਰ ਭਾਈ ਕੀ ਕਰ ਅਚੁੱਤ ਗੁਣਗਯੰ, ਜੋ ਅਗਿੜ ਸਰੂਪ ਅਕਾਲ ਪੁਰਖ ਪਰਮੇਸ਼ਰ ਹੈ ਉਸ ਦੇ ਗੁਣਗਯੰ ਕਹੀਏ ਗੁਣਾਂ ਦਾ ਜਾਪ ਕਰ। ਉਸ ਦੇ ਗੁਣਾਂ ਦਾ ਕਥਨ ਕਰਨ, ਇਸ ਕਰਕੇ ਤੇਰੀ ਤੂੰ ਸ਼ੋਭਾ ਵਾਲਾ ਹੋ ਜਾਵੇਂਗਾ। ਜੰਤਰੀ ਭਾਵੰਦਰ ਕਾਲੇ ਸੁਬੰਤ ਤੋਯੰ, ਇਹ ਅਕਾਲ ਪੁਰਖ ਪਰਮੇਸ਼ਰ ਆਪ ਜੀ ਦੀ ਸੰਸਾਰ ਦੇ ਵਿੱਚ ਬੜੀ ਸ਼ੋਭਾ ਹੈ। ਅਚੁੱਤ ਗੁਣਗਯੰ, ਜੋ ਅਗਿੜ ਸਰੂਪ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਹਨ। ਪੂਰਨੰ, ਉਹ ਵਾਹਿਗੁਰੂ ਪੂਰਨ ਹੈ। ਬਹੁਲੋ ਸਾਧ ਸੰਗਤ ਜੀ ਬੇਅੰਤ ਹੈ। ਕਿਰਪਾਲਾ, ਅਨੇਕਾਂ ਜੀਵਤਾਂ ਦੇ ਸਾਧ ਸੰਗਤ ਜੀ ਪਾਲਣਾ ਕਰਨ ਵਾਲਾ ਪਰਮੇਸ਼ਰ ਆਪ ਹੈ। ਇਹ ਕਿਰਤ ਘਨਾ ਨੂੰ ਬਖਸ਼ਦਾ ਪ੍ਰਭ ਨਾਨਕ ਸਦ ਬਖਸ਼ਿੰਦ। ਜਿਹੜਾ ਪਰਮੇਸ਼ਰ ਵਾਹਿਗੁਰੂ ਏਡਾ ਬੇਅੰਤ ਕਿਰਪਾਲੂ ਆ, ਜਿਹੜਾ ਕਿਰਤ ਘਨਾ ਦੀ ਵੀ ਪਾਲਣਾ ਕਰ ਰਿਹਾ ਹੈ। ਅਕਿਰਤ ਕਣ ਕੌਣ ਹੈ? ਸਾਧ ਸੰਗਤ ਜਿਹੜਾ ਕਿਸੇ ਦੇ ਕੀਤੀ ਨੇਕੀ ਨੂੰ ਨਾ ਜਾਣੇ, ਉਹ ਬੰਦਾ ਕਿਰਤ ਕਣ ਹੁੰਦਾ ਹੈ। ਕਿਸੇ ਸੰਸਾਰ ਦੇ ਵਿੱਚ ਜੀਵ ਦੇ ਨਾਲ ਧੋਖਾ ਕਰੇ ਤੇ ਉਹ ਕਦੀ ਵੀ ਸਾਧ ਸੰਗਤ ਜੀ ਆਪਣੇ ਨੇੜੇ ਨਹੀਂ ਲਾਉਂਦਾ। ਸਾਰੀ ਉਮਰ ਉਹ ਜਿਹੜਾ ਧੋਖਾ ਯਾਦ ਰੱਖਦਾ ਹੈ। ਪਰ ਵੇਖੋ ਇੱਕ ਸੰਸਾਰ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਐਸਾ ਸਰੂਪ ਵਾਲਾ ਹੈ ਜਿਹੜਾ ਕਿਰਤ ਘਣਾ ਦੀ ਵੀ ਪਾਲਣਾ ਕਰ ਰਿਹਾ ਹੈ। ਇਸ ਕਰਕੇ ਇਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਆਪ ਜੀ ਦੀ ਬੇਅੰਤ ਸ਼ੋਭਾ ਹੈ। ਅਗੇੜ ਸਰੂਪ ਹੋ, ਆਪ ਜੀ ਦੇ ਬੇਅੰਤ ਗੁਣ ਹਨ। ਪੂਰਨ ਹੋ ਤੇ ਬੇਅੰਤ ਕਿਰਪਾਲੂ ਹੋ। ਗੰਭੀਰੰ ਊਚੈ ਸਰਬੱਗ ਅਪਾਰਾ, ਜੋ ਵਾਹਿਗੁਰੂ ਗੰਭੀਰ ਨਿਰਹਲ ਸਰੂਪ ਹੈ, ਸਾਰਿਆਂ ਦੇ ਨਾਲ ਇਸ ਕਰਕੇ ਉੱਚਾ ਹੈ। ਸਰਬੱਗ, ਸਾਧ ਸੰਗਤ ਸਰਬ ਦਾ ਗਿਆਤਾ ਹੈ। ਅਪਾਰਾ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਪ੍ਰਿਤਿਆ ਪ੍ਰਿਯੰ ਵਿਸਰਾਮ ਚਰਨੰ, ਪ੍ਰਿਤਿਆ ਨਾਮ ਸਾਧ ਸੰਗਤ ਜੀ ਸੇਵਕਾਂ ਦਾ ਹੈ। ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਆਪਣੇ ਪ੍ਰਿਯੰ ਕਹਿੰਦੇ ਪਿਆਰਿਆਂ ਦਾ, ਸੇਵਕਾਂ ਦਾ ਪਿਆਰਾ ਹੈ। ਵਿਸਰਾਮ ਚਰਨੰ, ਤੇ ਹਮੇਸ਼ਾ ਸਾਧ ਸੰਗਤ ਜੋ ਰੱਬ ਦੇ ਜਿਹੜੇ ਪਿਆਰੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਵਾਸਾ ਕਰਦੇ ਹਨ। ਜਿਨ੍ਹਾਂ ਦੇ ਨਾਲ ਵਾਹਿਗੁਰੂ ਦਾ ਸੇਵਕਾਂ ਦੇ ਨਾਲ ਪ੍ਰੇਮ ਹੁੰਦਾ ਹੈ, ਉਹ ਹਮੇਸ਼ਾ ਵਾਹਿਗੁਰੂ ਚਰਨਾਂ ਵਿੱਚ ਵਾਸਾ ਕਰਦੇ ਹਨ। ਉਹਨਾਂ ਦੇ ਨਾਲ ਪਰਮੇਸ਼ਰ ਦਾ ਪ੍ਰੇਮ ਹੈ। ਅਨਾਥ ਨਾਥੇ ਨਾਨਕ ਸਰਨੰ, ਜਿਹੜਾ ਵਾਹਿਗੁਰੂ ਸਾਧ ਸੰਗਤ ਜੀ ਯਤੀਮਾਂ ਦਾ ਵੀ ਨਾਥ ਕਹੀਏ ਮਾਲਕ ਹੈ। ਜਿਨ੍ਹਾਂ ਦਾ ਸੰਸਾਰ ਦੇ ਵਿੱਚ ਕੋਈ ਨਹੀਂ, ਕੋਈ ਮਾਂ ਪਿਓ ਨਹੀਂ, ਕੋਈ ਸੰਸਾਰ ਦੀ ਪਾਲਣਾ ਕਰਨ ਵਾਲਾ ਨਹੀਂ, ਪਰ ਉਹਨਾਂ ਦਾ ਵੀ ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈ ਸਾਧ ਸੰਗਤ ਜੀ ਮਾਲਕ ਹੈ। ਉਹਨਾਂ ਦੀ ਹਰੇਕ ਰਿਸ਼ਤਾ ਨਿਭਾ ਕਰਕੇ ਉਹਨਾਂ ਦੀ ਪਰਮੇਸ਼ਰ ਰੱਖਿਆ ਕਰਦਾ ਹੈ। ਅਨਾਥ ਨਾਥੇ ਨਾਨਕ ਸਰਣੰ, ਇਸ ਕਰਕੇ ਇਹ ਜੀਵ ਜਿਸ ਵਿੱਚ ਬੇਅੰਤ ਗੁਣ ਹਨ ਪਰਮੇਸ਼ਰ ਦੇ, ਉਸ ਦੀ ਸ਼ਰਨ ਨੂੰ ਗ੍ਰਹਿਣ ਕਰਨਾ ਕਰ। ਮ੍ਰਿਗੀ ਪੇਖੰਤ ਬਦਕ ਪ੍ਰਹਾਰੇ ਲਖ ਆਵਦ ਹੈ। ਇਹ 5 ਸ਼ਲੋਕ ਸਾਧ ਸੰਗਤ ਜੀ ਇਹਨਾਂ ਦਾ ਉਪਦੇਸ਼ ਪ੍ਰਾਪਤ ਕਰਕੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਬਖਸ਼ਿਸ਼ ਕੀਤੀ। ਗੁਰੂ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਰਹਿਮਤ ਕਰੋ। ਸਾਨੂੰ ਸੰਸਾਰ ਜਿਹੜਾ ਕਾਲ ਦਾ ਭੈ ਹੈ ਨਾ, ਇਹ ਬੜਾ ਡਰਾਉਂਦਾ ਹੈ। ਸਾਨੂੰ ਹਮੇਸ਼ਾ ਹੀ ਚਿੰਤਾ ਲੱਗੀ ਰਹਿੰਦੀ ਹੈ, ਪਤਾ ਨਹੀਂ ਕਿਹੜੇ ਵੇਲੇ ਕਾਲ ਨੇ ਆਉਣਾ ਹੈ ਤੇ ਸਾਨੂੰ ਲੈ ਜਾਣਾ ਹੈ। ਕਿਰਪਾ ਕਰੋ ਮਹਾਰਾਜ, ਕਾਲ ਦੇ ਪਰਥਾਏ ਜਿਹੜਾ ਉਹਨਾਂ ਪਾਵਨ ਪਵਿੱਤਰ ਉਪਦੇਸ਼ ਬਖਸ਼ੋ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਧ ਸੰਗਤ ਸਾਖੀ ਰੂਪ ਇਹ ਦ੍ਰਿਸ਼ਟਾਂਤ ਦੇ ਕਰਕੇ ਇੱਕ ਸ਼ਲੋਕ ਦਾ ਉਚਾਰਨ ਕਰਦੇ ਹਨ। ਇੱਕ ਇਹ ਸਾਧ ਸੰਗਤ ਇੱਕ ਵਾਰ ਦੀ ਗੱਲ ਹੈ ਕਿ ਹਿਰਨੀ ਜੰਗਲ ਦੇ ਵਿੱਚ ਪ੍ਰਸੂਤਾ ਭਾਵ ਦੀ ਪੀੜਾ ਨੂੰ ਪ੍ਰਾਪਤ ਕਰ ਰਹੀ ਸੀ। ਭਾਵ ਉਸਨੇ ਬੱਚੇ ਨੂੰ ਜਨਮ ਦੇਣਾ ਸੀ ਤੇ ਕੀ ਹੋਇਆ, ਉਸ ਵੇਲੇ ਇੱਕ ਸ਼ਿਕਾਰੀ ਦੀ ਨਿਗਾਹ ਪੈ ਗਈ। ਤੇ ਸ਼ਿਕਾਰੀ ਦੀ ਨਿਗਾਹ ਪੈ ਗਈ, ਆਪਣੇ ਹੱਥ ਵਿੱਚ ਇੱਕ ਬੰਨੇ ਤੀਰ ਕਮਾਨ ਫੜ ਲਿਆ, ਦੂਸਰੇ ਬੰਨੇ ਅੱਗ ਬਾਲ ਦਿੱਤੀ, ਤੀਸਰੇ ਬੰਨੇ ਜਾਲ ਵਿਛਾ ਦਿੱਤਾ ਤੇ ਚੌਥੇ ਬੰਨੇ ਕੁੱਤੇ ਨੂੰ ਖਿਲਾਰ ਦੇਣਾ ਕੀਤਾ। ਹੁਣ ਇਸ ਤਰ੍ਹਾਂ ਸਾਧ ਸੰਗਤ ਜਿਸ ਨੇ ਚਾਰੇ ਰਸਤੇ ਬੰਦ ਕਰ ਦਿੱਤੇ ਇੱਕ ਹਿਰਨੀ ਦੇ ਬਾਹਰ ਨਿਕਲਣ ਦੇ। ਤੇ ਆਸ ਕਾਲ ਪੁਰਖ ਪਰਮੇਸ਼ਰ ਨੂੰ ਸਾਧ ਸੰਗਤ ਉਸ ਵੇਲੇ ਉਸ ਹਿਰਨੀ ਨੇ ਸਾਧ ਸੰਗਤ ਆਰਾਧਨਾ ਕੀਤਾ। ਸੂਰ ਸਾਗਰ ਦੇ ਵਿੱਚ ਜੋ ਭਗਤ ਸੂਰਦਾਸ ਜੀ ਦਾ ਗ੍ਰੰਥ ਹੈ ਉਸ ਦੇ ਵਿੱਚ ਜ਼ਿਕਰ ਹੈ ਕਿ ਇੱਕ ਹਿਰਨੀ ਨੇ ਸਾਧ ਸੰਗਤ ਪਰਮੇਸ਼ਰ ਅੱਗੇ ਪੁਕਾਰਾਂ ਕੀਤੀਆਂ ਕਿ ਮੈਂ ਬੜੀ ਪੀੜਾ ਦੇ ਸਹਿਤ ਹਾਂ, ਬੱਚੇ ਨੂੰ ਜਨਮ ਦੇਣਾ ਹੈ ਤੇ ਇਸ ਪਾਪੀ ਤੋਂ ਮੇਰੀ ਰੱਖਿਆ ਕਰ। ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸਾਧ ਸੰਗਤ ਦੀ ਕਿਰਪਾ ਰਹਿਮਤ ਕੀਤੀ। ਬੜੀ ਸਾਧ ਸੰਗਤ ਦੀ ਹਨੇਰੀ ਆਈ। ਹਨੇਰੀ ਆਉਣ ਦੇ ਕਾਰਨ ਜਿਹੜਾ ਸਾਧ ਸੰਗਤ ਦੀ ਜਾਲ ਸੀ ਨਾ, ਉਹ ਅੱਗ ਦੇ ਵਿੱਚ ਜਾ ਕੇ ਡਿੱਗ ਪਿਆ। ਇੱਕਦਮ ਵਰਖਾ ਹੋ ਗਈ, ਜਿਸ ਕਰਕੇ ਅੱਗ ਦੇ ਵਿੱਚ ਸਾਧ ਸੰਗਤ ਜੀ ਜਾਲ ਵੀ ਸੜ ਗਿਆ। ਵਰਖਾ ਪੈਣੇ ਕਰਕੇ ਸਾਧ ਸੰਗਤ ਜੀ ਕੀ ਹੋਇਆ ਕਿ ਜਿਹੜੀ ਅੱਗ ਹੈ ਉਹ ਬੁਝ ਗਈ। ਇਸ ਤਰੀਕੇ ਦੇ ਨਾਲ 2 ਰਾਸਤੇ ਖੁੱਲ ਗਏ। ਤੀਸਰਾ ਰਾਸਤਾ ਕੀ ਹੋਇਆ, ਝਾੜੀਆਂ ਦੇ ਵਿੱਚੋਂ ਸੱਪ ਨਿਕਲਿਆ ਤੇ ਸੱਪ ਨੇ ਡੰਗ ਮਾਰਿਆ ਸ਼ਿਕਾਰੀ ਦੇ। ਉਹ ਤੀਰ ਸਾਧ ਸੰਗਤ ਜੀ ਹਿਰਨੀ ਤੋਂ ਚੁੱਕ ਕਰਕੇ ਅਗਲੇ ਬੰਨੇ ਕੁੱਤਾ ਖੜਾ ਸੀ, ਕੁੱਤੇ ਦੇ ਵੱਜ ਗਿਆ। ਤੇ ਸਾਧ ਸੰਗਤ ਜੀ ਚੌਵੇਂ ਰਾਸਤੇ ਖੁੱਲ ਗਏ, ਕੁੱਤਾ ਵੀ ਮਰ ਗਿਆ ਤੇ ਸ਼ਿਕਾਰੀ ਨੂੰ ਸੱਪ ਨੇ ਡੰਗ ਮਾਰ ਕੇ ਮਾਰ ਦਿੱਤਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਤਿਆਦਿਕ ਇਹ ਸ਼ਲੋਕ ਦਾ ਦ੍ਰਿਸ਼ਟਾਂਤ ਸਮਝਾ ਕਰਕੇ ਸਮਝਾਉਂਦੇ ਹਨ। ਵੇਖੋ ਭਾਈ, ਜਿਸ ਨੂੰ ਰੱਬ ਬਚਾਉਣਾ ਚਾਹਵੇ ਤੇ ਸੰਸਾਰ ਦਾ ਭਾਵੇਂ ਕੋਈ ਜੀਵ ਜਿੰਨੇ ਮਰਜ਼ੀ ਸਾਧ ਸੰਗਤ ਜੀ ਯਤਨ ਕਰ ਲਵੇ, ਉਸ ਨੂੰ ਕੋਈ ਮਾਰ ਨਹੀਂ ਸਕਦਾ।
ਇਹ ਅਕਾਲ ਪੁਰਖ ਪਰਮੇਸ਼ਰ ਦਾ ਸਾਧ ਸੰਗਤ ਦੀ ਸ੍ਰੇਸ਼ਟ ਗੁਣ ਸਿੱਖਿਆ ਸਮਝਾਉਣਾ ਕੀਤੀ ਹੈ। ਮ੍ਰਿਗੀ ਪੇਖੰਤ ਬੱਦਕ, ਮ੍ਰਿਗੀ ਨੂੰ ਵੇਖਣਾ ਕੀਤਾ, ਬੱਦਕ ਸ਼ਿਕਾਰੀ ਨੇ ਪ੍ਰਹਾਰੇਣ ਵਾਰ ਕੀਤਾ, ਲੱਖ ਨਿਸ਼ਾਨਾ ਵਿੰਨ ਕੇ ਕਾਹਦੇ ਨਾਲ ਆਵਦ ਹੈ ਸ਼ਸਤਰ ਦੇ ਨਾਲ। ਆਹੋ ਜਸ ਰਖੇਨ ਗੋਪਾਲ ਹੈ, ਨਾਨਕ ਰੋਮ ਨਾ ਛੇਦਿਆ ਤੇ। ਆਹੋ ਨਾਮ ਸੰਸਕ੍ਰਿਤੀ ਦਾ ਸਾਧ ਸੰਗਤ ਜੀ ਕਹਿੰਦੇ ਬੜੀ ਅਚਰਜਤਾ ਵਾਲੀ ਗੱਲ ਹੈ ਕਿ ਜਸ ਰਖੇਣ, ਜਿਸ ਨੂੰ ਰੱਖਣਾ ਚਾਹਵੇ ਗੋਪਾਲ ਪ੍ਰਿਥਵੀ ਦਾ ਮਾਲਕ, ਨਾਨਕ ਰੋਮ ਨਾ ਛੇਦਿਆ ਤੇ। ਉਸ ਦਾ ਸਾਧ ਸੰਗਤ ਜੀ ਕੋਈ ਵਾਲ ਵੀ ਜਿਹੜਾ ਇੰਨਾ ਵਿੰਗਾ ਨਹੀਂ ਕਰ ਸਕਦਾ, ਉਸਦੇ ਵਾਲ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਵੇਖੋ ਸਾਧ ਸੰਗਤ ਜੀ ਹਿਰਨੀ ਤੇ ਕਿਤੇ ਪਰਮੇਸ਼ਰ ਨੇ ਰੱਤੀ ਮਾਤਰ ਵੀ ਆਂਚ ਨਹੀਂ ਆਉਣ ਦੇਣਾ ਕੀਤੀ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਰੱਖਿਆ ਕਰਦਾ ਹੈ ਜੀ। ਬਹੁ ਜਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸ ਹੈ। 6ਵੇਂ ਸ਼ਲੋਕ ਦੇ ਵਿੱਚ ਇਹ ਦਰਸਾਇਆ ਕਿ ਜਿਸ ਨੂੰ ਪਰਮੇਸ਼ਰ ਰੱਖਣਾ ਚਾਹਵੇ ਉਸ ਨੂੰ ਕੋਈ ਮਾਰ ਨਹੀਂ ਸਕਦਾ। 7ਵੇਂ ਸ਼ਲੋਕ ਦੇ ਵਿੱਚ ਸਮਝਾਉਂਦੇ ਨੇ ਕਿ ਜਿਸ ਨੂੰ ਰੱਬ ਮਾਰਨਾ ਚਾਹਵੇ ਉਸ ਨੂੰ ਸੰਸਾਰ 'ਚ ਕੋਈ ਬਚਾ ਨਹੀਂ ਸਕਦਾ। ਪ੍ਰਿਸ਼ਤ ਰਾਜਾ ਸਤਜੁਗ ਦੀ ਸਾਧ ਸੰਗਤ ਦੀ ਕਥਾ ਹੈ। ਵਾਹਿਗੁਰੂ ਕਲਯੁਗ ਦੇ ਵਿੱਚ ਪ੍ਰਿਸ਼ਤ ਰਾਜਾ ਰਮਤਾ ਦੇ ਹੋਣਾ ਕੀਤਾ। ਕਲਯੁਗ ਨੇ ਪ੍ਰਿਸ਼ਤ ਰਾਜੇ ਪਾਸ ਆ ਕਰਕੇ ਬੇਨਤੀ ਕੀਤੀ, ਤੂੰ ਬੜਾ ਧਰਮਾਤਮਾ, ਮੈਨੂੰ ਤੇਰੇ ਰਾਜ ਵਿੱਚ ਵਾਸਾ ਚਾਹੀਦਾ ਹੈ, ਕਿਤੇ ਨਾ ਕਿਤੇ ਜਗ੍ਹਾ ਮੈਨੂੰ ਵੀ ਜਗ੍ਹਾ ਦੇਣਾ ਕਰ। ਤੇ ਸਾਧ ਸੰਗਤ ਜੀ ਇਸਨੇ ਪ੍ਰਿਸ਼ਤ ਰਾਜੇ ਨੇ ਕਹਿਣਾ ਕੀਤਾ ਕਿ ਨਹੀਂ ਭਾਈ, ਤੂੰ ਮੇਰੇ ਰਾਜ ਦੇ ਵਿੱਚ ਨਹੀਂ ਆ ਸਕਦਾ। ਵਾਰ-ਵਾਰ ਬੇਨਤੀ ਕਰਦੇ ਕਹਿੰਦਾ ਕਿ ਚਲੋ ਜਿੱਥੇ ਸੋਨਾ ਹੋਵੇ ਉੱਥੇ ਤੇਰਾ ਵਾਸਾ ਹੋਵੇ। ਕਲਯੁਗ ਸਾਧ ਸੰਗਤ ਜੀ ਮੱਖੀ ਦਾ ਰੂਪ ਧਾਰਨ ਕਰਕੇ ਪ੍ਰਿਸ਼ਤ ਰਾਜੇ ਦੇ ਸੋਨੇ ਦੇ ਮੁਕਟ ਤੇ ਬੈਠ ਗਿਆ ਸਿਰ ਤੇ, ਜਿਸ ਕਰਕੇ ਉਸਦੀ ਮਤ ਬੁੱਧੀ ਭ੍ਰਿਸ਼ਟ ਕਰ ਦਿੱਤੀ। ਜੰਗਲ ਦੇ ਵਿੱਚ ਸਾਧ ਸੰਗਤ ਸ਼ਿਕਾਰ ਕਰਨ ਵਾਸਤੇ ਗਿਆ, ਹਿਰਨੀ ਕਿਤੇ ਦੂਰ ਚਲੀ ਗਈ। ਸਾਹਮਣੇ ਸਾਧੂ ਮਹਾਤਮਾ ਵੇਖਣਾ ਕੀਤਾ, ਜਾ ਕਰਕੇ ਪੁੱਛਿਆ, ਭਾਈ ਸਾਧੂ ਸਮਾਧੀ ਵਿੱਚ ਸੀ, ਬੋਲਿਆ ਨਾ। ਸੰਖੇਪ ਰੂਪ ਵਿੱਚ ਸੁਣਾ ਦੇਵਾਂ ਸਾਧ ਸੰਗਤ ਜੀ ਕੀ ਹੋਇਆ। ਸਾਧੂ ਆਪਣੀ ਸਮਾਧੀ ਵਿੱਚ ਲੀਨ ਸੀ। ਇਸਨੇ ਕੀ ਕੀਤਾ, ਇੱਕ ਮਰਿਆ ਸੱਪ ਸਾਧੂ ਦੇ ਗਲ ਵਿੱਚ ਪਾ ਦਿੱਤਾ। ਜਦੋਂ ਸਾਧੂ ਉੱਠਿਆ, ਉਸਨੇ ਆਪਣੇ ਗਲ ਵਿੱਚ ਵੇਖਿਆ ਕਿ ਸੱਪ ਹੈ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗਿਆਨ ਪ੍ਰਬੋਧ ਦੀ ਕਥਾ ਅੰਦਰ ਜ਼ਿਕਰ ਕੀਤਾ ਹੈ ਕਿ ਉਸ ਦਾ ਨਾਂ ਸਮਾਨ ਰੱਖੀ ਆਉਂਦਾ ਹੈ। ਉਸਨੇ ਆਪਣੇ ਗਲ ਵਿੱਚ ਸੱਪ ਵੇਖ ਕਰਕੇ ਹੈਰਾਨ ਹੋ ਕਰਕੇ ਰਾਜੇ ਨੂੰ ਸ਼ਰਾਪ ਦੇ ਦੇਣਾ ਕੀਤਾ ਕਿ ਤੇਰੀ 7 ਦਿਨਾਂ ਦੇ ਵਿੱਚ ਤਸ਼ਕ ਨਾਗ ਦੇ ਨਾਲ ਲੜ ਕਰਕੇ ਮੌਤ ਹੋ ਜਾਵੇਗੀ। ਤੇ ਮਹਾਭਾਰਤ ਦੇ ਸਾਧ ਸੰਗਤ ਦੀ ਕਥਾ ਲਿਖਦੇ ਆ, ਉਸ ਦੇ ਵਿੱਚ ਵੀ ਪ੍ਰਮਾਣ ਆਉਂਦਾ ਹੈ ਕਿ ਸ੍ਰਿੰਗੀ ਰਿਖੀ ਇਸ ਦਾ ਪੁੱਤਰ ਸੀ। ਸਮਾਨ ਰਿਖੀ ਦਾ ਸ੍ਰਿੰਗੀ ਰਿਖੀ ਨੂੰ ਉਸਦੇ ਸਾਥੀਆਂ ਨੂੰ ਦੱਸਣਾ ਕੀਤਾ ਕਿ ਕੋਈ ਰਾਜਾ ਤੇਰੇ ਪਿਤਾ ਦੇ ਗਲ ਵਿੱਚ ਸੱਪ ਆ ਗਿਆ, ਮਰਿਆ। ਤੇ ਜਦੋਂ ਇੰਨੀ ਗੱਲ ਸੁਣੀ ਹੈ ਤੇ ਸ੍ਰਿੰਗੀ ਰਿਖੀ ਨੇ ਸ਼ਰਾਪ ਦੇ ਦੇਣਾ ਕੀਤਾ, ਜਿਸ ਰਾਜੇ ਨੇ ਇਹ ਸੱਪ ਪਾਇਆ ਮੇਰੇ ਪਿਤਾ ਦੇ ਗਲ ਵਿੱਚ, ਉਸਦੀ 7 ਦਿਨਾਂ ਦੇ ਵਿੱਚ ਸੱਪ ਲੜ ਕਰਕੇ ਮੌਤ ਹੋ ਜਾਵੇ। ਤੇ ਉਹ ਜਦੋਂ ਪਿਤਾ ਨੂੰ ਪਤਾ ਲੱਗਾ, ਜਾਣਿਆ ਕਿ ਭਾਈ ਇਹ ਤੂੰ ਬੜਾ ਗਲਤ ਕੰਮ ਕੀਤਾ ਹੈ। ਤੇ ਬਰਪੁੱਤਰ ਨੇ ਬਚਨ ਕੀਤੇ ਕਿ ਪਿਤਾ ਜੀ ਹੁਣ ਮੈਂ ਬ੍ਰਹਮ ਲੋਕ ਤੋਂ ਵਰ ਲੈ ਕੇ ਆਇਆ, ਜੋ ਮੈਂ ਬਚਨ ਕਰਾਂਗਾ ਉਹ ਸੱਚੇ ਹੋਣਗੇ। ਮੈਨੂੰ ਵਾਕ ਸਿੱਧੀ ਦਾ ਵਰ ਪ੍ਰਾਪਤ ਹੋਇਆ ਹੈ। ਤੇ ਹੁਣ ਐ ਕਰੀ ਕਿ ਜਾਓ ਰਾਜੇ ਨੂੰ ਜਾ ਕਰਕੇ ਦੱਸਦਾ ਕਿ ਭਾਈ ਤੈਨੂੰ ਸ਼ਰਾਪ ਮਿਲ ਗਿਆ ਹੀ, 7 ਦਿਨਾਂ ਦੇ ਵਿੱਚ ਤੇਰੀ ਮੌਤ ਹੋ ਜਾਣੀ ਹੈ, ਕੋਈ ਨਾ ਕੋਈ ਯਤਨ ਹੁੰਦਾ, ਕੋਈ ਉਪਾਅ ਹੁੰਦਾ ਤੇ ਕਰ ਲੈ। ਤੇ ਸਾਧ ਸੰਗਤ ਜੀ ਉਸ ਰਾਜੇ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਕਿ ਸਾਧ ਸੰਗਤ ਜੀ ਬੜਾ ਬਲ ਵਾਲਾ ਸੀ, ਬਹੁਤ ਯਤਨ ਕਰਤਾ, ਬੜੇ ਯਤਨ ਕੀਤੇ, ਬਲਵੰਤਕਾਰੀ, ਬੜਾ ਬਲ ਵਾਲਾ ਸੀ। ਤੇ ਕਾਰੀ ਨਾਮ ਔਸ਼ਧੀ ਦਾ ਹੈ, ਬੜੀਆਂ ਬਲ ਵਾਲੀਆਂ ਔਸ਼ਧੀਆਂ ਦਾ ਸਾਧ ਸੰਗਤ ਜੀ ਮਾਲਕ ਕਿਹੜਾ ਧਨੰਤਰ ਵੈਦ। ਉਸ ਨੂੰ ਬੁਲਾ ਲਿਆ। ਗਰੁੜ ਪੁਰਾਣ ਦੀ ਕਥਾ ਵੀ ਸਾਧ ਸੰਗਤ ਸੁਣ ਲੱਗ ਪਿਆ। ਗੰਗਾ ਦੀਆਂ ਲਹਿਰਾਂ ਦੇ ਵਿੱਚ ਸ਼ੀਸ਼ੇ ਦਾ ਸ਼ੀਸ਼ ਮਹਲ ਉਸਾਰ ਲਿਆ, ਜਿਸ ਦੇ ਵਿੱਚ ਕੀੜੀ ਨਹੀਂ ਜਾ ਸਕਦੀ, ਸਾਧ ਸੰਗਤ ਜੀ ਮੱਖੀ ਤੱਕ ਨਹੀਂ ਜਾ ਸਕਦੀ, ਉਸ ਦੇ ਵਿੱਚ ਰਹਿੰਦਾ ਹੈ। ਬੜੇ ਬਲ ਵਾਲੇ ਸੈਨਿਕਾਂ ਦਾ ਪਹਿਰਾ ਵੀ ਲਗਾ ਦਿੱਤਾ ਕਿ ਕਿਤੇ ਮੇਰੇ ਪਾਸ ਕੋਈ ਸੱਪ ਨਾ ਜਾਵੇ। ਇਸ ਤਰੀਕੇ ਦੇ ਨਾਲ ਜਦੋਂ ਕਥਾ ਦਾ ਭੋਗ ਪੈਣਾ ਸੀ, 7 ਦਿਨ ਬਤੀਤ ਹੋ ਗਏ। ਰਸਤੇ ਵਿੱਚ ਧਨੰਤਰ ਵੈਦ ਜਾ ਰਿਹਾ ਹੈ ਰਾਜੇ ਨੂੰ ਬਚਾਉਣ ਵਾਸਤੇ। ਦੂਜੇ ਪਾਸੇ ਜਿਹੜਾ ਤਸ਼ਕ ਨਾਗ ਹੈ ਵੀ ਜਾ ਰਿਹਾ ਹੈ। ਇਹਨਾਂ ਦੀ ਆਪਸ ਵਿੱਚ ਮੁਲਾਕਾਤ ਹੋਈ। ਕਹਿੰਦੇ ਆਪਾਂ ਰਾਜੇ ਨੂੰ ਪਹਿਲਾਂ ਮਾਰ ਤੋਂ ਆਪੋ ਆਪਣਾ ਬਲ ਪਰਖ ਲਈਏ। ਕਹਿੰਦੇ ਕਿਸ ਤਰ੍ਹਾਂ। ਤਸ਼ਕ ਨਾਗ ਨੇ ਸਾਧ ਸੰਗਤ ਜੀ ਵੇਖਿਆ ਸਾਹਮਣੇ ਲੱਕੜਾਂ ਕੱਟ ਰਿਹਾ ਦਰਖਤ ਤੋਂ। ਸਾਧ ਸੰਗਤ ਜੀ ਛੇਤੀ ਦੇ ਨਾਲ ਇਸਨੇ ਫੁੰਕਾਰਾ ਜ਼ਹਿਰ ਸੁੱਟਿਆ ਤੇ ਉਹ ਸਾਰਾ ਹੀ ਜੜ ਕੇ ਸਵਾਹ ਹੋ ਗਿਆ। ਕਹਿੰਦਾ ਧਨੰਤਰ ਵੈਦ ਹੁਣ ਤੂੰ ਜੀਨਾ ਕਰਕੇ ਵਿਖਾ। ਧਨੰਤਰ ਵੈਦ ਨੇ ਕੋਈ ਇਹੋ ਜਿਹਾ ਜਲ ਦਾ ਛਿੱਟਾ ਮਾਰਿਆ, ਮੰਤਰ ਪੜਿਆ, ਲੱਕੜਹਾਰੇ ਦੇ ਸਮੇਤ ਸਾਰਾ ਦਰਖਤ ਜਿਹੜਾ ਸੀ ਨਾ ਸਾਧ ਸੰਗਤ ਜੀ ਉਸੇ ਵੇਲੇ ਹਰਿਆ ਭਰਿਆ ਕਰ ਦਿੱਤਾ। ਪੁੱਛਿਆ ਕਿ ਤੇਰੀ ਕਿੰਨੀ ਸ਼ਕਤੀ ਹੈ। ਕਹਿੰਦਾ ਜਿੱਥੋਂ ਤੱਕ ਮੇਰੀ ਨਿਗਾਹ ਪੈਂਦੀ ਹੈ ਉੱਥੋਂ ਤੱਕ ਮੈਂ ਕਿਸੇ ਨੂੰ ਮਰਨ ਨਹੀਂ ਦੇਵਾਂਗਾ। ਚਲੋ ਕਹਿੰਦਾ ਠੀਕ ਹੈ। ਤਸ਼ਕ ਨਾਗ ਇੱਕ ਸਾਧ ਸੰਗਤ ਜੀ ਸੋਨੇ ਦੇ ਖੂੰਡੀ ਬਣ ਕਰਕੇ ਰਸਤੇ ਵਿੱਚ ਪੈ ਗਿਆ। ਧਨੰਤਰ ਵੈਦ ਨੇ ਖੂੰਡੀ ਨੂੰ ਚੁੱਕ ਲਈ, ਬੜਾ ਚਾਲ ਦੇ ਨਾਲ ਹਿਲਾਉਂਦਾ ਜਾਂਦਾ ਹੈ। ਤੇ ਜਦੋਂ ਇਸ ਦੀ ਗਿੱਚੀ ਤੇ ਖੁਰਕ ਹੋਈ ਨਾ ਪਿੱਠ ਦੇ ਪਿਛਲੇ ਪਾਸੇ, ਇਸ ਨੇ ਸਾਧ ਸੰਗਤ ਜੀ ਖੂੰਡੀ ਦੇ ਨਾਲ ਖੁਰਕਿਆ ਤੇ ਤਸ਼ਕ ਨਾਗ ਨੇ ਛੇਤੀ ਦੇ ਨਾਲ ਡੰਗ ਮਾਰ ਦਿੱਤਾ, ਕਿਉਂਕਿ ਪਿੱਛੇ ਇਸ ਦੀ ਨਿਗਾਹ ਨਹੀਂ ਜਾ ਸਕਦੀ। ਧਨੰਤਰ ਵੈਦ ਦੀ ਸਾਧ ਸੰਗਤ ਦੀ ਮੌਤ ਹੋ ਗਈ।
ਤੇ ਮੌਤ ਹੋ ਗਈ ਤੇ ਇਸਨੇ ਕਹਿ ਦਿੱਤਾ ਸੇਵਕਾਂ ਨੂੰ ਕਿ ਭਾਈ ਜਿਹੜਾ ਮੈਨੂੰ ਮਰੇ ਹੋਏ ਨੂੰ ਖਾ ਲੂਗਾ ਉਹ ਧਨੰਤਰ ਵੈਦ ਮੇਰੇ ਵਾਂਗੂ ਬਣ ਜਾਊਗਾ। ਤੇ ਤਸ਼ਕ ਨਾਗ ਏਡਾ ਚਲਾਕ ਨਿਕਲਿਆ, ਜਦੋਂ ਉਸਦੇ ਚੇਲੇ ਉਸਨੂੰ ਖਾਣ ਲੱਗੇ ਸੀ ਨਾ ਸਾਧ ਸੰਗਤ ਜੀ ਧਨੰਤਰ ਵੈਦ ਨੂੰ, ਜਾ ਕਰ ਕਿਸ ਨੇ ਰੌਲਾ ਪਾ ਦਿੱਤਾ, ਉਹ ਤੁਹਾਡਾ ਬੇੜਾ ਮਰ ਜੇ, ਤੁਸੀਂ ਆਪਣੇ ਗੁਰੂ ਨੂੰ ਖਾਓਗੇ। ਤੇ ਜਦੋਂ ਇਸ ਤਰੀਕੇ ਨਾਲ ਵਿਚਾਰਾਂ ਦੱਸੀਆਂ ਸਾਧ ਸੰਗਤ ਜੀ, ਉਹਨਾਂ ਨੇ ਧਨੰਤਰ ਵੈਦ ਨੂੰ ਰੋੜ ਦੇਣਾ ਕੀਤਾ। ਤੇ ਬਚਨ ਆਉਂਦੇ ਆ, ਜਿੰਨਾ ਕਾਵਾਂ ਜਾਂ ਪੰਛੀਆਂ ਨੇ, ਜਿੰਨਾ ਵੀ ਪੰਛੀਆਂ ਨੇ ਉਸ ਧਨੰਤਰ ਵੈਦ ਦਾ ਮਾਸ ਖਾਧਾ ਸੀ ਨਾ, ਉਹਨਾਂ ਪੰਛੀਆਂ ਨੂੰ ਸੱਪ ਦਾ ਜ਼ਹਿਰ ਨਹੀਂ ਕਦੇ ਚੜਦਾ। ਇਹ ਧਿਆਨ ਵਿੱਚ ਗੱਲ ਰੱਖਿਓ। ਇਤਿਹਾਦਿਕ ਸਾਧ ਸੰਗਤ ਜੀ, ਇਹ ਜਿਹੜਾ ਤਛਕ ਨਾਗ ਸੀ ਨਾ, ਬਹੁਤ ਜਦੋਂ ਸੂਖਮ ਰੂਪ ਕੀੜੀ ਦਾ ਧਾਰ ਕਰਕੇ ਗੁਲਦਸਤਿਆਂ ਥਾਣੀ ਚਲਿਆ ਗਿਆ। ਜਦੋਂ ਰਾਜੇ ਨੇ ਸਾਧ ਸੰਗਤ ਜੀ ਉਸ ਫੁੱਲ ਦੀ ਸੁਗੰਧੀ ਲੈਣੀ ਚਾਹੀ ਤੇ ਛੇਤੀ ਦੇ ਨਾਲ ਨੱਕ ਥਾਣੀ ਸਾਧ ਸੰਗਤ ਜੀ ਇਸ ਨੇ ਸਵਾਸਾਂ ਰਾਹੀਂ ਡੰਗ ਮਾਰਿਆ ਤੇ ਉਸ ਰਾਜੇ ਦੇ ਸਾਧ ਸੰਗਤ ਜਿਹੜੇ ਪ੍ਰਾਣ ਨੇ ਪ੍ਰਿਸ਼ਟ ਰਾਜੇ ਦੇ ਨਾਸ਼ ਕਰ ਦਿੱਤੇ। ਉਹ ਵਾਰਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਥ ਕਰਕੇ ਸਮਝਾਉਂਦੇ ਹਨ ਕਿ ਵੇਖੋ ਭਾਈ, ਬੜੇ ਯਤਨ ਕਰਨ ਵਾਲਾ ਸੀ ਰਾਜਾ, ਬਲਵੰਤਕਾਰੀ, ਸਾਰੀਆਂ ਕਾਰੀ ਔਸ਼ਧੀਆਂ ਨੂੰ ਜਾਣਨ ਵਾਲਾ ਸੀ ਸਾਧ ਸੰਗਤ ਧਨੰਤਰ ਵੈਦ। ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਜੜੀ ਬੂਟੀ ਜੇ ਜੀਵ ਆ ਕਿ ਮਰੇ ਧਨੰਤਰ। ਭਾਈ, ਜੇ ਜੜੀਆਂ ਬੂਟੀਆਂ ਦੇ ਨਾਲ ਸੰਸਾਰ ਜੇ ਕੋਈ ਬਚ ਜਾਵੇ ਨਾ, ਤੇ ਧਨੰਤਰ ਵੈਦ ਸਾਧ ਸੰਗਤ ਜੀ ਕਿਤੇ ਮਾੜਾ ਮੋਟਾ ਕੋਈ ਵੈਦ ਨਹੀਂ ਸੀ। ਉਹ ਕਿਉਂ ਮਰਦਾ ਜੇ ਜੜੀਆਂ ਬੂਟੀਆਂ ਦੇ ਨਾਲ ਸੰਸਾਰ ਦੇ ਵਿੱਚ ਕਿਸੇ ਨੇ ਜੀਵ ਪੈਣਾ ਹੈ। ਜੋ ਮੌਤ ਹੈ ਉਹ ਅਟਲ ਸਚਾਈ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਨੇ, ਬੜੇ ਸੂਰਮੇ ਸੇਵਾ ਕਰਦੇ ਸੀ, ਬੜਾ ਚਤੁਰ ਦਿਸਦਾ ਹੈ, ਬੜਾ ਚਲਾਕ ਦਿਸਦਾ ਸੀ। ਬਿਖਮ ਥਾਨ ਬਸੰਤ ਊਚ ਹੈ, ਨਹਿ ਸਿਮਰੰਤ ਮਰਨੰ ਕਦੰਚ ਹੈ। ਬਹੁਤ ਜ਼ਿਆਦਾ ਬਿਖਮ ਕਹਿੰਦੇ ਔਖੀ ਥਾਂ ਤੇ ਇਸਨੇ ਗੰਗਾ ਦੇ ਵਿੱਚ ਸ਼ੀਸ਼ ਮਹਿਲ ਦਾ ਸਾਧ ਸੰਗਤ ਬਣਾ ਕਰਕੇ ਵਾਸਾ ਵੀ ਕਰ ਲਿਆ ਉੱਚੇ ਸਥਾਨ ਤੇ ਨਹਿ ਸਿਮਰੰਤ, ਜਿਹੜਾ ਸਿਮਰਦਾ ਹੀ ਨਹੀਂ ਆ, ਮਰਨਾ ਇਸ ਨੂੰ ਚੇਤੇ ਭੁੱਲ ਗਿਆ। ਕਦਾਚ ਕਦੇ ਵੀ ਚੇਤੇ ਕਰਦਾ ਕਿ ਮੈਂ ਮਰਨਾ ਵੀ ਆ 7 ਦਿਨਾਂ ਦੇ ਵਿੱਚ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤੇ। ਸ਼ਲੋਕ ਦੀ ਸਮਾਪਤੀ ਕਰਦੇ ਹਾਂ, ਬਚਨ ਕਰਦੇ ਨੇ, ਭਾਈ ਜਦੋਂ ਅਕਾਲ ਪੁਰਖ ਪਰਮੇਸ਼ਰ ਦੀ, ਵਾਹਿਗੁਰੂ ਦੀ ਆਗਿਆ ਹੋ ਜਾਵੇ ਤੇ ਸਾਧ ਸੰਗਤ ਜੀ ਨਾਨਕ ਕੀਟੀ ਸਾਸ ਕਰਖ ਤੇ, ਉਹ ਵਾਹਿਗੁਰੂ ਪਰਮੇਸ਼ਰ ਕੀੜੀ ਬਣ ਕਰਕੇ ਵੀ ਜੀ ਜਿਹੜੇ ਸਵਾਸ ਆ ਕਰਖ ਤੇ ਭਾਵ ਖਿੱਚ ਲੈਂਦਾ ਹੈ। ਸਬਦੰ ਰਤੰ ਹਿਤੰ ਮਇਆ, ਕੀਰਤੰ ਕਲੀ ਕਰਮ ਕ੍ਰਿਤਵਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਸਾਰ ਵਿੱਚ ਵਿਚਰਨ ਦੇ ਤਾਂ ਹੀ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਕਰਦੇ ਨੇ। ਭਾਈ ਹਮੇਸ਼ਾ ਹਰੀ ਲਾਲ ਤੇ ਕ੍ਰਿਸ਼ਨ ਲਾਲ। ਸਬਦੰ ਰਿਤੰ, ਸਬਦੰ ਕੀ ਹੈ? ਬ੍ਰਹਮ। ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਉਪਦੇਸ਼ ਦੇ ਨਾਲ ਸ਼ਬਦੰ ਦਾ ਅਰਥ ਉਪਦੇਸ਼ ਵੀ ਐਸਾ ਸੰਗਤ ਕੱਲ ਦੱਸਿਆ ਸੀ। ਇਸ ਤਰ੍ਹਾਂ ਵਾਹਿਗੁਰੂ ਬ੍ਰਹਮ ਸਰੂਪ ਦੇ ਨਾਲ ਭਾਈ ਪ੍ਰੇਮ ਕਰੋ, ਉਸ ਦੇ ਵਿੱਚ ਪ੍ਰੀਤੀ ਰੱਖੋ। ਤੇ ਹਿਤੰ ਮਇਆ, ਹਿਤੰ ਦਾ ਅਰਥ ਵੀ ਪ੍ਰੇਮ ਹੈ ਤੇ ਮਇਆ ਅਰਥ ਹੈ ਸਾਰੇ ਜੀਵਾਂ ਤੇ ਮਿਹਰਬਾਨੀ ਕਰਨੀ, ਸਾਰੇ ਜੀਵਾਂ ਤੇ ਮਿਹਰਬਾਨੀ ਕਰਨੀ। ਦਇਆਲੂ ਜਿਹੜਾ ਸੁਭਾਅ ਹੈ ਨਾ ਉਹ ਧਾਰਨ ਕਰਨਾ, ਇਹ ਸਾਧ ਸੰਗਤ ਸੁਭਾਅ ਧਾਰਨ ਕਰਕੇ ਰੱਖਣਾ ਚਾਹੀਦਾ ਹੈ। ਕਿਉਂ? ਭਾਈ ਕੀਰਤਨ ਕਲੀ, ਕਲੀ ਨਾਮ ਕਲਯੁਗ ਦਾ ਹੈ। ਕਲਯੁਗ ਦੇ ਸਮੇਂ ਵਿੱਚ ਹਮੇਸ਼ਾ ਜਿਹੜੀ ਕੀਰਤੀ ਕਰਨੀ ਹੈ ਭਾਈ ਕਰਮ ਕਿਰਤਵਾ, ਉਹ ਕਿਰਤਵਾ ਕਰਮ ਦਾ ਕਰ ਲਈ। ਜਿਹੜਾ ਕਰਨਯੋਗ ਕਰਮ ਹੈ ਇਹੋ ਹੀ ਹੈ ਕਿ ਕਲਯੁਗ ਵਿੱਚ ਪਰਮੇਸ਼ਰ ਦੀ ਕੀਰਤੀ ਕਰਨੀ, ਸ਼ਬਦ ਦੇ ਨਾਲ ਪ੍ਰੀਤੀ ਹੋਣੀ ਤੇ ਸਾਧ ਸੰਗਤ ਸਾਰੇ ਜੀਵਾਂ ਤੇ ਮਿਹਰਬਾਨੀ ਵਾਲਾ ਸੁਭਾਅ ਧਾਰਨ ਕਰਨਾ। ਮਿਟੰਤ ਤਤਰਾਗਤ ਭਰਮ ਮੋਹੰ, ਜਿਸ ਕਰਕੇ ਹੀ ਜੀਵ ਜਿਹੜੇ ਤੇਰੇ ਮਿਟੰਤ ਸਾਰੇ ਮਿਟ ਜਾਣਗੇ। ਤਤਰਾਗਤ ਆਗਤ ਸਾਧ ਸੰਗਤ ਜਿਹੜੇ ਭਰਮ ਆਇਆ ਹੋਇਆ ਨਾ ਜੀਵ ਦੇ ਹਿਰਦੇ ਵਿੱਚ, ਉਹ ਛੇਤੀ ਦੇ ਨਾਲ ਜਿਹੜਾ ਨਾ ਸਾਰਾ ਨਾਸ਼ ਹੋ ਜਾਵੇਗਾ। ਜਾਂ ਤਤਰਾ ਆਗਤ, ਜਿਹੜਾ ਜੀਵ ਸੰਸਾਰ ਵਿੱਚ ਆਉਂਦਾ ਹੈ ਫਿਰ ਜਾਂਦਾ ਹੈ, ਜੰਮਦਾ ਹੈ ਮਰਦਾ ਹੈ ਇਤਿਆਦਿ, ਜਿਹਦਾ ਜੰਮਣਾ ਤੇ ਮਰਨਾ ਜਿਹੜਾ ਹੈ ਨਾ ਭਰਮ ਦਾ ਹਿਰਦੇ ਵਿੱਚੋਂ ਨਾਸ਼ ਹੋ ਜਾਵੇਗਾ, ਮੋਹ ਵੀ ਮਿਟ ਜਾਵੇਗਾ ਗੁਰੂ ਦੀ ਕਿਰਪਾ ਨਾਲ। ਭਗਵਾਨ ਰਮਣੰ ਸਰਬਤਰ ਥਾਨੰ, ਇਹ ਭਾਈ ਜਾਣਨਾ ਕਰਕੇ ਜੋ ਖਟ ਪਗਾ ਸੰਪਾਨਾ ਅਕਾਲ ਪੁਰਖ ਪਰਮੇਸ਼ਰ ਹੈ ਉਹ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ ਜੀ। ਦ੍ਰਿਸ਼ਟ ਤੋਯੰ ਅਮੋਗ ਦਰਸ਼ਨੰ, ਬਸੰਤ ਸਾਧ ਰਸਨਾ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਣੇ ਕਰਕੇ ਹੇ ਤੋਯੰ ਤੂੰ ਜੀਵ ਦ੍ਰਿਸ਼ਟ ਕਹਿੰਦੇ ਦਰਸ਼ਨ ਕਰ ਲਵੇਂਗਾ। ਅਮੋਗ ਦਰਸ਼ਨੰ, ਜਿਸ ਦੇ ਸਾਧ ਸੰਗਤ ਜੀ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਦਿਦਾਰ ਹੋਣਗੇ, ਜਿਸ ਦੇ ਦਰਸ਼ਨ ਅਮੋਗ ਹੀ ਸਫਲੇ ਹਨ, ਜਾਂ ਜਿਨ੍ਹਾਂ ਦਰਸ਼ਨਾਂ ਨੂੰ ਕਰਨੇ ਕਰਕੇ ਤੇਰਾ ਸਾਰਾ ਜੀਵਨ ਅਮੋਘ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ। ਬਸੰਤ ਸਾਧ ਰਸਨਾ, ਉਹ ਇਹੋ ਜਿਹਾ ਅਕਾਲ ਪੁਰਖ ਪਰਮੇਸ਼ਰ ਕਿੱਥੇ ਵਸਦਾ ਹੈ ਸਾਧ ਸੰਗਤ ਜੀ? ਉਹ ਵਸਦਾ ਹੈ ਰੱਬ ਦੇ ਪਿਆਰਿਆਂ ਦੀ ਰਸਨਾ ਤੇ। ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਸ ਦਾ ਰੱਬ ਦੇ ਪਿਆਰਿਆਂ ਤੇ ਰਸਨਾ ਤੇ ਕਹਿੰਦੇ ਵਾਸਾ ਹੈ।
ਹਰ 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 ਹਰੇ ਨਾਨਕ ਪ੍ਰਿਆ ਜਾਪ ਜਪਨਾ। ਇਸ ਕਰਕੇ ਜਿਸ ਵਿੱਚ ਬੇਅੰਤ ਗੁਣ ਹਨ, ਜਿਹੜਾ ਸਾਧ ਸੰਗਤ ਜੀ ਪਾਪਾਂ ਦਾ ਹਰ ਨਾਸ਼ ਕਰਨ ਵਾਲਾ ਹੈ, ਦੁੱਖਾਂ ਦਾ, ਸੰਸਿਆਂ ਦਾ, ਭਰਮਾਂ ਦਾ, ਵਿਕਾਰਾਂ ਦਾ ਹਰਨ ਵਾਲਾ ਪਰਮੇਸ਼ਰ ਹੈ, ਉਸ ਦੇ ਸਾਧ ਸੰਗਤ ਜੀ ਪਿਆਰੇ ਦਾ ਜਾਪ ਜਪਣਾ ਚਾਹੀਦਾ ਹੈ। ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਸਸਿਅਰ ਨਖੇਤਰ ਗਗਨੰ। 9ਵੇਂ ਸ਼ਲੋਕ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ, ਭਾਈ ਸੰਸਾਰ ਦੇ ਵਿੱਚ ਸਭ ਕੁਝ ਘਟ ਰਿਹਾ ਹੈ। ਇਹ ਜੀਵ ਇਕੱਲੇ ਤੇਰੀ ਦੇਹ ਹੀ ਨਹੀਂ ਹੈ, ਸੰਸਾਰ ਵਿੱਚ ਸਾਰਾ ਕੁਝ ਮਿਥਿਆ ਹੋਇਆ ਤੇ ਘਟ ਰਿਹਾ ਹੈ। ਕੀ ਕੀ ਘਟ ਰਿਹਾ? ਕਹਿੰਦੇ ਘਟੰਤ ਰੂਪੰ, ਸਭ ਤੋਂ ਪਹਿਲਾਂ ਜਿਹੜਾ ਤੇਰਾ ਸਰੂਪ ਘਟ ਰਿਹਾ ਹੈ। ਘਟੰਤ ਦੀਪੰ, ਦੀਪੰ ਨਾਮ ਕਹਿੰਦੇ ਦੀਵੇ ਦੀ ਤਰ੍ਹਾਂ ਜਿਹੜੀ ਜਿਵੇਂ ਜੋਤ ਘਟਦੀ ਹੈ, ਐਵੇਂ ਸਾਧ ਸੰਗਤ ਦੀਪੰ ਕਈ 7 ਦੀਪ ਧਰਤੀ ਦੇ ਜਿਹੜੇ ਨੇ ਇਹ ਵੀ ਘਟ ਰਹੇ ਹਨ। ਘਟੰਤ ਰਵ, ਰਵ ਸਾਧ ਸੰਗਤ ਜੀ ਸੂਰਜ ਵੀ ਘਟ ਰਿਹਾ ਹੈ। ਸਸੀ ਨਾਮ ਸਾਧ ਸੰਗਤ ਜੀ ਚੰਦਰਮਾ ਦਾ, ਤੇ ਅਰ ਨਾਮ ਹੈ ਚੰਦਰਮਾ ਦੇ ਵੈਰੀ ਮੰਡਲੀਏ ਰਾਹੂ ਤੇ ਕੇਤੂ, ਇਹ ਵੀ ਘਟ ਰਹੇ ਹਨ। ਨਖੇਤਰ, ਤਾਰੇ, ਗਗਨ, ਆਕਾਸ਼ ਸਾਰਾ ਕੁਝ ਭਾਈ ਘਟ ਰਿਹਾ ਹੈ। ਕਟੰਤ ਬਸਦਾ ਗਿਰ ਤਰਸੇ ਖੰਡੰ। ਬਸਦਾ ਨਾਮ ਧਰਤੀ ਵੀ ਘਟ ਰਹੀ ਹੈ, ਪਹਾੜ ਵੀ ਪੁਰਾਣੇ ਹੋ ਕਰਕੇ ਖੁਰਦੇ ਨੇ, ਇਹਨਾਂ ਦਾ ਵੀ ਸਾਧ ਸੰਗਤ ਜੀ ਘਟਾਓ ਹੁੰਦਾ ਹੈ। ਤਰ ਨਾਮ ਦਰਖਤਾਂ ਦਾ ਐਸਾ ਸੰਗਤ ਜੀ ਬੜੀ ਬੜੀ ਉਮਰਾਂ ਵਾਲੇ ਹੋ ਕਰਕੇ ਇਹਨਾਂ ਨੂੰ ਇੱਕ ਨਾ ਇੱਕ ਦਿਨ ਡਿਗਰਨਾ ਪੈਂਦਾ ਧਰਤੀ ਤੇ। ਤਰ ਸੇ ਨਾਮ ਸਾਧ ਸੰਗਤ ਜੀ ਤਿੰਨਾਂ ਜਿਹੜਾ ਲੋਕਾਂ ਦਾ ਹੈ, 3 ਲੋਕ ਘਟ ਰਹੇ ਹਨ, 9 ਖੰਡ ਵੀ ਘਟ ਰਹੇ ਹਨ। ਕਟੰਤ ਲਲਨਾ ਸੁਤ ਭਰਾਤ ਹੀਤੰ। ਭਾਈ ਇਹ ਜਿਹੜਾ ਲਲਨਾ ਤੇਰੀ ਇਸਤਰੀ, ਸੁਤ, ਪੁੱਤਰ, ਭਰਾਤ, ਭਰਾ, ਹੀਤੰ, ਇਹਨਾਂ ਸਾਰਿਆਂ ਦੇ ਨਾਲ, ਹੀਤੰ ਰਿਸ਼ਤੇਦਾਰ ਜਿਨ੍ਹਾਂ ਦੇ ਨਾਲ ਤੂੰ ਬੜਾ ਪ੍ਰੇਮ ਲਾਇਆ ਭਾਈ, ਸਾਰੇ ਦਿਨ ਪ੍ਰਤੀ ਦਿਨ ਘਟ ਰਹੇ ਹਨ। ਕਟੰਤ ਕਨਕ ਮਾਨਕ ਮਾਇਆ ਸਭ ਰੂਪੰ। ਇਹ ਜਿਹੜਾ ਮਾਇਆ ਦਾ ਸ੍ਰੇਸ਼ਟ ਸਰੂਪ ਹੈ ਉਹ ਕੀ ਹੈ ਕਿ ਕਣਕ, ਸੋਨਾ, ਮਾਣਕ, ਹੀਰੇ, ਮੋਤੀ, ਜਵਾਹਰਾਤ, ਭਾਈ ਇਹ ਵੀ ਇਹਨਾਂ ਦਾ ਸਾਰਿਆਂ ਦਾ ਸਰੂਪ ਵੀ ਘਟ ਰਿਹਾ ਹੈ। ਸੋਨਾ ਵੀ ਕਾਲਾ ਹੁੰਦਾ ਹੈ, ਇਤਿਆਦਿਕ ਜਿਹੜੀਆਂ ਧਾਤਾਂ ਨੇ ਇਹ ਵੀ ਪ੍ਰਾਤਨ ਹੁੰਦੀਆਂ ਹਨ। ਨਹਿ ਕਟੰਤ ਕੇਵਲ ਗੋਪਾਲ ਅਚੁੱਤ। ਫਿਰ ਮਹਾਰਾਜ ਜੀ ਕਿਰਪਾ ਕਰੋ, ਫਿਰ ਸੰਸਾਰ ਦੇ ਵਿੱਚ ਸਥਿਰ ਕੌਣ ਰਹਿੰਦਾ ਹੈ ਜਿਹੜਾ ਕਦੇ ਵੀ ਘਟਦਾ ਨਹੀਂ? ਕਹਿੰਦੇ ਨਹਿ ਕਟੰਤ, ਕਦੀ ਨਹੀਂ ਘਟਦਾ। ਕੀ ਨਹੀਂ ਸਾਧ ਸੰਗਤ ਘਟਦਾ? ਕਹਿੰਦੇ ਕੇਵਲ ਗੋਪਾਲ ਅਚੁੱਤ, ਜਿਹੜਾ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਅਚੁੱਤ ਅਗਿੜ ਸਰੂਪ ਅਕਾਲ ਪੁਰਖ ਪਰਮੇਸ਼ਰ ਹੈ, ਉਹ ਕਦੀ ਘਟਦਾ ਨਹੀਂ ਹੈ ਜੀ। ਅਸਤਰੰ ਨਾਨਕ ਸਾਧ ਜਨ। ਤੇ ਹੋਰ ਸਾਧ ਸੰਗਤ ਸੰਸਾਰ ਦੇ ਕੀ ਸਥਿਰ ਰਹਿੰਦਾ? ਕਹਿੰਦੇ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਜਾਂ ਪਰਮੇਸ਼ਰ ਉਹ ਨਾਮੀ ਸਰੂਪ ਆਪ ਰਹਿੰਦਾ ਹੈ, ਉਸ ਦਾ ਨਾਮ ਰਹਿੰਦਾ, ਤੇ ਜਾਂ ਰੱਬ ਦੇ ਪਿਆਰੇ ਰਹਿੰਦੇ ਨੇ। ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਨੇ, ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਸਾਧੂ ਜਨ ਮਹਾਤਮਾ ਨੇ ਉਹ ਸੰਸਾਰ ਦੇ ਸਦਾ ਹੀ ਸਥਿਰ ਹਨ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਨਹਿ ਬਿਲੰਬ ਧਰਮੰ, ਧਰਮ ਦਾ ਕੰਮ ਕਰ ਲੱਗਿਆ ਸਾਧ ਸੰਗਤ ਜੀ ਕਦੇ ਵੀ ਕੋਈ ਦੇਰੀ ਨਹੀਂ ਕਰਨੀ ਚਾਹੀਦੀ। ਇੱਕ ਵਾਰ ਦੀ ਗੱਲ ਹੈ, ਕਹਿੰਦੇ ਇੱਕ ਮਨੁੱਖ ਨਾ ਖਜੂਰ ਦੇ ਦਰਖਤ ਤੇ ਚੜ ਗਿਆ। ਖਜੂਰ ਦੇ ਦਰਖਤ ਦਾ ਆਪ ਜਿਵੇਂ ਪਤਾ ਬੜਾ ਉੱਚਾ ਹੁੰਦਾ, ਤਾਂ ਚੜ ਗਿਆ। ਤੇ ਕੀ ਹੋਇਆ, ਜਦੋਂ ਉਸਨੇ ਥੱਲੇ ਵੇਖਿਆ ਕਿ ਭਾਈ ਬੜਾ ਮੈਂ ਉੱਚਾ ਆ ਗਿਆ, ਮੈਂ ਥੱਲੇ ਇੱਕਦਮ ਹੱਥ ਛੱਡਦੇ ਤੇ ਡਿੱਗ ਪਵਾਂਗਾ, ਸੱਟ ਲੱਗ ਜਾਵੇਗੀ, ਹੁਣ ਮੈਂ ਬਚਾ ਕਿੱਦਾਂ? ਸਾਧ ਸੰਗਤ ਜੀ 100 ਕੰਬਲ ਸੁੱਖ ਲਏ ਇਸਨੇ ਤਰੀਕੇ ਦੇ ਨਾਲ। ਮਹਾਰਾਜ ਮੈਂ ਤੇਰੇ ਘਰ 100 ਕੰਬਲ ਸੁੱਖੇ ਨੇ, ਮੈਨੂੰ ਥੱਲੇ ਤਾਰ ਦੇ, ਮੈਂ ਚੜਾਵਾ ਕਰਾਂਗਾ। ਜਦੋਂ ਕਰਦਾ ਕਰਦਾ ਹੌਲੀ ਥੱਲੇ ਆ ਗਿਆ ਤੇ ਫਿਰ 50 ਕੰਬਲਾਂ ਤੇ ਰਹਿ ਗਿਆ। ਮਹਾਰਾਜ 50 ਕੰਬਲ ਦਾਨ ਕਰਾਂਗਾ। ਜਦੋਂ ਥੱਲੇ ਥੋੜਾ ਹੋਰ ਆ ਗਿਆ ਫਿਰ 25 ਤੇ ਰਹਿ ਗਿਆ। ਮਹਾਰਾਜ ਚਲ ਮੈਂ 25 ਦਾਨ ਕਰ ਦਾਂਗੇ, 50 ਤੇ ਜ਼ਿਆਦਾ ਹੋ ਜਾਣੇ। ਫਿਰ ਜਦੋਂ ਹੋਰ ਸਾਧ ਸੰਗਤ ਧਰਤੀ ਤੇ ਆ ਗਿਆ, ਕਹਿੰਦਾ ਚੱਲ 5 ਹੀ ਬੜੇ ਆ, ਹੁਣ 5 ਦਾਨ ਕਰ ਦੇਣਾ। ਛੇਤੀ ਦੇ ਨਾਲ ਘਰੇ ਆਇਆ ਤੇ ਕਹਿੰਦਾ ਮਾਤਾ ਛੇਤੀ ਦੇ ਨਾਲ ਮੈਨੂੰ 5 ਲੋਹੀਆਂ ਕੰਬਲ ਦੇ, ਮੈਂ ਜਾ ਕੇ ਨਾ ਦਾਨ ਕਰਕੇ ਆਉਣੇ ਆ। ਕਹਿੰਦੀ ਕਿਉਂ ਏਡੀ ਕਾਹਲੀ ਕਿਉਂ ਆ? ਕਹਿੰਦੇ ਜਿਹੜਾ ਮਨ ਹੈ ਨਾ ਬੜਾ ਚੰਚਲ ਹੈ, ਵੇਖੋ 100 ਤੋਂ 50 ਤੇ ਆ ਗਏ, ਕਿਤੇ 50 ਤੋਂ ਕਿਤੇ ਹੁਣ ਬਸ ਹੀ ਨਾ ਕਰੇ, ਕਹਿੰਦਾ ਹੁਣ ਛੱਡ ਹੀ ਨਾ ਦੇਵੇ, ਇਸ ਕਰਕੇ 5 ਛੇਤੀ ਨਾ ਦੇ ਦੇ, ਮੈਂ ਕਰਾਂਵਾ ਦਾਨ। ਇਸ ਕਰਕੇ ਜਿਹੜੀ ਜੀਵ ਦੇ ਸਾਧ ਸੰਗਤ ਜੀ ਇਹ ਹਾਲਤ ਹੈ, ਕਦੇ ਵੀ ਧਰਮ ਦਾ ਕਰਮ ਕਰ ਲਿਆ ਗਿਆ ਦੇਰੀ ਨਹੀਂ। ਬਿਲੰਬ ਪਾਪੰ, ਪਾਪ ਕਰਮ ਕਰ ਲੱਗਿਆ ਸਾਧ ਸੰਗਤ ਜੀ 100 ਵਾਰ ਸੋਚਣਾ ਚਾਹੀਦਾ ਹੈ, ਜੀਵਨ ਨੂੰ ਦੇਰੀ ਕਰਨੀ ਚਾਹੀਦੀ ਹੈ। ਦ੍ਰਿੜੰਤ ਨਾਮੰ ਤਜੰਤ ਲੋਭੰ। ਹਮੇਸ਼ਾ ਆਪਣੇ ਹਿਰਦੇ ਵਿੱਚ ਜੋ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ, ਇਹ ਜੀਵੋ ਦ੍ਰਿੜ ਕਰ ਤੇ ਲੋਭ ਨੂੰ ਛੱਡਣਾ ਕਰ। ਸਰਨ ਸੰਤੰ ਕਿਲ ਬਿਖ ਨਾਸੰ। ਸੰਤਾਂ ਦੀ ਸ਼ਰਨ ਗ੍ਰਹਿਣ ਕਰ, ਜਿਸ ਕਰਕੇ ਸਾਰੇ ਕਿਲਵਕ ਪਾਪਾਂ ਦਾ ਨਾਸ਼ ਹੋਵੇਗਾ।
ਪ੍ਰਾਪਤੰ ਧਰਮ ਲਖਿਆਨ। ਜੋ ਧਰਮ ਦੇ ਲਖਨ ਚਿੰਨ ਹਨ ਉਹਨਾਂ ਨੂੰ ਪ੍ਰਾਪਤ ਕਰਨਾ ਕਰ। ਨਾਨਕ ਜਿਹ ਸੋ ਪ੍ਰਸੰਨ ਮਾਧਵ ਹੈ। ਜੋ ਮਾਇਆ ਦਾ ਪਤੀ ਹੈ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ, ਜਿਸ ਕਰਕੇ ਵਾਹਿਗੁਰੂ ਤੇਰੇ ਤੇ ਹੈ ਜੀਵ ਪ੍ਰਸੰਨ ਹੋਵੇਗਾ। ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਧ ਸੰਗਤ 10 ਲੋਕਾਂ ਦੀ ਕਥਾ ਵਿਚਾਰ ਬਖਸ਼ ਕਰਕੇ ਸਾਡੇ ਤੇ ਕਿਰਪਾ ਰਹਿਮਤ ਕਰਨਾ ਕੀਤੀ ਹੈ। ਕਥਾ ਵਿਚਾਰ ਕਰਦਿਆਂ ਏਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਹੋ ਜਾਣ ਸੁਭਾਵਿਕ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਖਾਲਸਾ ਸਾਧ ਸੰਗਤ ਜੀ ਬਖਸ਼ਣਹਾਰ ਹੈ, ਬਖਸ਼ ਲੈਣਾ। ਇੱਥੇ ਹੁਣ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ।